ਧੰਨ ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸੁਤਾਰੇ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲੇ ਹੈ ਤਬ ਬਿਸਮ ਹੋਏ ਜਾਏ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲਿਏ ਛੁਡਾਏ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚੇ ਸੋਹਹਿ ਦਰ ਰਾਜਾਨ। ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੈ ਕਰੈ ਵਿਚਾਰ। ਕਰਤੇ ਕੈ ਕਰਨੈ ਨਾਹੀ ਸ਼ੁਮਾਰ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤਵ ਲੈ ਉਪਰ ਕੀਤਾ ਭਾਰ। ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਮਨ ਜੋਰ। ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਹੂੜੀ ਕਲਾਮ। ਇਹੋ ਲਿਖਾ
ਲਿਖ ਜਾਣੈ ਕੋਇ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਨ ਸੁਆਲੇ ਹੋ ਰੂਪ, ਕੀਤੀ ਦਾਤ ਜਾਣੈ ਕੌਣ ਕੂਤ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਦੇ ਵਿੱਚ ਆਪ ਸੰਗਤ ਰੋਜ਼ਾਨਾ ਹੀ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲਾ ਕਰ ਰਹੇ ਹੋ। ਹਜ਼ੂਰੀ ਰਾਗੀ ਜਥੇ ਪਾਸੋਂ ਆਪ ਜੀ ਨੇ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਲੜੀਵਾਰ ਜੋ ਕਥਾ ਇਸ ਅਸਥਾਨ ਤੇ ਚੱਲ ਰਹੀ ਹੈ, ਅੱਜ ਜੋ ਸ਼ਬਦ ਸਤਿਗੁਰ ਮਹਾਰਾਜ ਜੀ ਨੇ ਵਿਚਾਰ ਕਰਨ ਵਾਸਤੇ ਸਾਨੂੰ ਬਖਸ਼ਿਸ਼ ਕੀਤਾ, ਜਪਜੀ ਸਾਹਿਬ ਜੀ ਦੀ 16ਵੀਂ ਪੌੜੀ ਆਪ ਨੇ ਅੱਜ ਸਰਵਨ ਕੀਤੀ ਹੈ। 15 ਪੌੜੀਆਂ ਤੱਕ ਕੱਲ ਕਥਾ ਜਿਹੜੀ ਸੀ ਉਹ ਸੰਪੂਰਨ ਹੋ ਚੁੱਕੀ ਹੈ ਤੇ 16ਵੀਂ ਪੌੜੀ ਤੋਂ ਅੱਜ ਆਰੰਭਤਾ ਹੈ। ਅੱਜ ਦੀ ਇਸ ਪੌੜੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਭ ਤੋਂ ਪਹਿਲਾਂ ਉਹਨਾਂ ਦੀ ਗੱਲ ਕੀਤੀ ਜਿਹੜੇ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਧਾਨ ਨੇ, ਜਿਹੜੇ ਰੱਬ ਦੇ ਘਰ ਦੇ ਵਿੱਚ ਪ੍ਰਵਾਨ ਚੜੇ। ਦੂਸਰਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਪੌੜੀ ਦੇ ਅੰਦਰ ਜੋ ਪੁਰਾਣੀ ਮਿੱਥ ਸੀ ਕਿ ਇਹ ਧਰਤੀ ਕਿਸ ਆਸਰੇ ਤੇ ਖੜੀ ਹੈ, ਸਤਿਗੁਰੂ ਮਹਾਰਾਜ ਜੀ ਨੇ ਉਹ ਵਿਚਾਰ ਵੀ ਦੇਣਾ ਕੀਤੇ। ਤੀਸਰਾ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਇਸ ਸ੍ਰਿਸ਼ਟੀ ਦੀ ਉਤਪਤੀ ਬਾਰੇ ਜੋ ਗੁਰਮਤ ਦਾ ਖਿਆਲ ਹੈ, ਕਿਉਂਕਿ ਇਹ ਸੰਸਾਰ ਦੇ ਵਿੱਚ ਜਿੱਥੇ ਸਾਇੰਸ ਜਿਹੜੀ ਹੈ ਉਹ ਅੰਦਾਜ਼ੇ ਲਾ ਕੇ ਦੱਸਦੀ ਹੈ ਕਿ ਇਹ ਧਰਤੀ ਦਾ ਵਿਸਥਾਰ ਆਰੰਭ ਕਿਵੇਂ ਹੋਇਆ, ਉੱਥੇ ਵੱਖ-ਵੱਖ ਧਰਮ ਦੇ ਜਿਹੜੇ ਆਗੂ ਨੇ, ਭਾਵੇਂ ਉਹ ਈਸਾਈ ਨੇ, ਭਾਵੇਂ ਉਹ ਇਸਲਾਮ ਹੈ,
ਭਾਵੇਂ ਸਿੱਖ ਨੇ ਜਾਂ ਹਿੰਦੂ ਮਤ ਹੈ, ਹਰ ਮਤ ਨੇ ਆਪਣੇ ਅਨੁਸਾਰ ਇਹ ਦੱਸਣਾ ਕੀਤਾ ਕਿ ਇਹ ਧਰਤੀ ਦੀ ਆਰੰਭਤਾ ਕਿਵੇਂ ਹੋਈ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਵਿੱਚ ਵਰਤਨ। ਸਤਿਗੁਰ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਇਸ ਪੌੜੀ ਦੀ ਆਪਾਂ ਵਿਚਾਰ ਸਾਂਝੀ ਕਰ ਸਕੀਏ। ਆਪ ਸੰਗਤ ਅਸੀਸ ਬਖਸ਼ੋ, ਮਨ ਦੀ ਇਕਾਗਰਤਾ ਸਤਿਗੁਰ ਮਹਾਰਾਜ ਬਖਸ਼ਿਸ਼ ਕਰਨ, ਅਦਬ ਪਿਆਰ ਸਤਿਕਾਰ ਸਹਿਤ ਆਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਉਣਾ ਕਰੀਏ। ਪਿਆਰ ਸਤਿਕਾਰ ਦੇ ਨਾਲ ਮਨ ਬਿਰਤੀਆਂ ਕਰੋ ਇਕਾਗਰ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਭ ਤੋਂ ਪਹਿਲਾ ਸ਼ਬਦ ਜਿਹੜਾ ਵਰਤਿਆ, ਉਹ ਵਰਤਿਆ ਹੈ ਪੰਚ। ਪੰਚ ਸ਼ਬਦ ਜਿਹੜਾ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਬਹੁਤ ਥਾਵਾਂ ਤੇ ਆਇਆ ਤੇ ਵੱਖ-ਵੱਖ ਸੰਦਰਭ ਜਿਹੜੇ ਸੀ, ਵੱਖ-ਵੱਖ ਜਿਹੜੇ ਸਬਜੈਕਟ ਸੀ, ਉਹਦੇ ਵਾਸਤੇ ਸਤਿਗੁਰ ਮਹਾਰਾਜ ਜੀ ਨੇ ਪੰਜ ਸ਼ਬਦ ਜਿਹੜਾ, ਵੈਸੇ ਪੰਚ ਦੇ ਅਰਥ ਜਿਹੜੇ ਨੇ ਉਹ ਪੰਜ ਵੀ ਕੀਤੇ ਜਾਂਦੇ ਆ ਤੇ ਪੰਚ ਜਿਹੜਾ ਹੈ ਉਹਦੇ ਅਰਥ ਇੱਕ ਪ੍ਰਧਾਨ ਪੁਰਖ ਵਜੋਂ ਵੀ ਕੀਤੇ ਜਾਂਦੇ ਨੇ। ਥੋੜਾ ਗੁਰਬਾਣੀ ਚੋਂ ਆਓ ਦਰਸ਼ਨ ਕਰੀਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਖਦੇ ਨੇ, ਪਾਂਚ ਤਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ। ਮਹਾਰਾਜ ਕਹਿੰਦੇ ਨੇ ਇਹ ਜਿਹੜਾ ਹਿਊਮਨ ਬੋਡੀ ਹੈ, ਇਹ ਸਰੀਰਕ ਢਾਂਚਾ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ, ਇਹਦੀ ਰਚਨਾ ਜਿਹੜੀ ਹੈ ਉਹ ਪੰਜਾਂ ਤੱਤਾਂ ਦੇ ਕਰਕੇ ਹੋਈ ਹੈ। ਪੰਜ ਤੱਤ ਮਿਲੇ ਨੇ ਤੇ ਫਿਰ ਇਸ ਸਰੀਰ ਦੀ ਰਚਨਾ ਹੈ। ਜੇ ਪੰਜ ਤੱਤ ਦੀ ਗੱਲ ਕਰੀਏ ਕਿ ਪੰਜ ਤੱਤ ਹੈਨ ਕਿਹੜੇ, ਤੇ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਬਾਣੀ ਦੇ ਵਿੱਚ ਕਿਰਪਾ ਕਰਕੇ ਆਖਦੇ ਨੇ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਆਕਾਸ਼ ਧਰਤੀ ਪਾਣੀ ਅਗਨੀ ਹਵਾ, ਇਹ ਪੰਜ ਤੱਤ ਨੇ। ਜਿਵੇਂ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਫਿਰ ਪੰਜ ਦੀ ਗੱਲ ਜਦੋਂ ਕਰਦੇ ਆ, ਭਗਤ ਕਬੀਰ ਸਾਹਿਬ ਜੀ ਦੇ ਬਚਨ ਕਿ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਐਸੀ ਰਹਿਤ ਰਹੋ ਗੁਣਤਾਸਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਉੱਥੇ ਵੀ ਫਿਰ ਪੰਜ ਦਾ ਜ਼ਿਕਰ ਕੀਤਾ, ਪੰਜ ਸ਼ਬਦ ਵੱਜੇ ਨੇ। ਇਹ ਜਦੋਂ ਜਿਉਂ-ਜਿਉਂ ਕੋਈ ਨਾਮ ਜਪਦਾ ਹੈ ਨਾ, ਸੁਰਤ ਜਿਹੜੀ ਹੈ ਜਿੰਨੀ ਅੰਦਰ ਨੂੰ ਗਹਿਰੀ ਚਲੇ ਜਾਏਗੀ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਅੰਦਰ ਪੰਜ ਸ਼ਬਦ ਜਿਹੜੇ ਨੇ ਉਹ ਵੱਜਣੇ ਸੁਣਾਈ ਦਿੰਦੇ ਆ। ਵੱਖ-ਵੱਖ ਵਿਦਵਾਨਾਂ ਨੂੰ, ਵੱਖ-ਵੱਖ ਸਾਧਕਾਂ ਨੂੰ ਜਦੋਂ ਇਹ ਸਾਜ਼ ਪ੍ਰਾਪਤ ਹੋਏ, ਅੰਦਰੋਂ ਵੱਜਦੇ ਸਾਜ਼ ਸੁਣਦੇ ਨੇ ਤੇ ਉਹਨਾਂ ਨੇ ਉਹਨਾਂ ਸਾਜ਼ਾਂ ਨੂੰ ਜਿਹੜਾ ਸੀ ਉਹ ਬਾਹਰੀ ਤੌਰ ਤੇ ਵੀ ਪ੍ਰਗਟ ਕੀਤਾ ਹੈ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਆ ਨਾ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾ ਲੋ। ਜਦੋਂ ਕੋਈ ਸਾਧਨਾ ਕਰਦਾ ਹੈ ਤੇ ਸਾਧਨਾ ਕਰਦਿਆਂ ਹੋਇਆਂ ਮਨ ਜਦੋਂ ਜੁੜ ਜਾਂਦਾ ਹੈ ਤੇ ਇਸ ਤੋਂ ਅਗਲੀ ਅਵਸਥਾ ਹੁੰਦੀ ਹੈ ਕਿ ਜੋ ਅੰਦਰ ਸੁਣਾਈ ਦਿੱਤਾ ਉਹਨੂੰ ਬਾਹਰ ਪ੍ਰਗਟ ਕਰ ਸਕੋ। ਇਸ ਅਵਸਥਾ ਤੇ ਬਹੁਤ ਸਾਰੇ ਪਹੁੰਚ ਜਾਂਦੇ ਨੇ ਕਿ ਨਾਮ ਜਪਿਆ, ਗੁਰੂ ਦੀ ਕਿਰਪਾ ਹੋਈ, ਮਨ ਇਕਾਗਰ ਹੋਇਆ ਤੇ ਇਕਾਗਰ ਮਨ ਹੋਣ ਤੋਂ ਬਾਅਦ ਵਿੱਚ ਅੰਦਰ ਅਨਾਹਦ ਨਾਦ ਸੁਣਾਈ ਦਿੱਤਾ ਹੈ, ਜਿਹਨੂੰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਸੁਨਹੁ ਵਡਭਾਗੀਓ। ਆਨੰਦ ਸਾਹਿਬ ਦੀ ਅਖੀਰਲੀ ਪੌੜੀ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਨੰਦ ਸੁਨੋ। ਹੁਣ ਜਿਹੜਾ ਆਨੰਦ ਹੁੰਦਾ ਹੈ, ਇਹਦੇ ਅਰਥ ਇੱਥੇ ਕੀਤੇ ਵਿਦਵਾਨਾਂ ਨੇ ਅਨਾਹਦ ਨਾਦ। ਸੁਨਹੁ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੋ
ਗੱਲਾਂ ਵੱਖ ਨਹੀਂ ਹੋ ਸਕਦੀਆਂ। ਇਹ ਨਹੀਂ ਹੋ ਸਕਦਾ ਕਿ ਧੁੱਪ ਤਾਂ ਨਿਕਲ ਆਈ, ਚਾਨਣ ਤਾਂ ਹੋ ਗਿਆ, ਜੇ ਸੂਰਜ ਚੜਿਆ ਕੋਈ ਨਹੀਂ ਆ। ਇਹ ਹੋ ਹੀ ਨਹੀਂ ਸਕਦਾ। ਸੂਰਜ ਨਿਕਲਿਆ ਹੈ ਤੇ ਚਾਨਣ ਵੀ ਹੋਏਗਾ। ਜੇ ਚਾਨਣ ਦਿਸਦਾ ਪਿਆ, ਇਹਦਾ ਅਰਥ ਹੈ ਕਿ ਸੂਰਜ ਵੀ ਨਿਕਲ ਚੁੱਕਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਆਨੰਦ ਸੁਨੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਜਿੱਦਨ ਪਾਰ ਬ੍ਰਹਮ ਮਿਲਦਾ ਏ ਤੇ ਉਹਦੇ ਮਿਲਣ ਦੇ ਨਾਲ ਹੀ ਉਹਦੀ ਤਾਕਤ, ਉਹਦੀ ਬਖਸ਼ਿਸ਼, ਉਹਦਾ ਆਨੰਦ, ਉਹਦਾ ਅਨਾਹਦ ਨਾਦ, ਉਹ ਸਾਰਾ ਕੁਝ ਜਿਹੜਾ ਹੈ ਜਗਿਆਸੂ ਨੂੰ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ 5 ਸ਼ਬਦ ਕਹੇ ਜਿਹੜੇ ਅੰਦਰ ਵੱਜਦੇ ਨੇ। ਭਗਤ, ਜਿੱਦਾਂ ਭਗਤਾਂ ਨੂੰ ਜੋ ਸਾਜ਼ ਅੰਦਰ ਸੁਣਾਈ ਦਿੱਤਾ, ਉਹਨਾਂ ਨੇ ਬਾਣੀ ਵਿੱਚ ਵੀ ਬਾਹਰ ਲਿਖਿਆ। ਉਹ ਲਿਖਦੇ ਨੇ, ਅਨਮੜਿਆ ਮੰਦਲ ਬਾਜੇ, ਬਿਨ ਸਾਵਨ ਕਨਹਰ ਗਾਜੇ, ਬਾਦਲ ਬਿਨ ਵਰਖਾ ਹੋਈ। ਇਹ ਅੰਦਰ ਦੀ ਅਵਸਥਾ ਸੀ ਕਿ ਬੱਦਲ ਹੈ ਨਹੀਂ, ਪਰ ਵਰਖਾ ਨਾਮ ਦੀ ਅੰਦਰ ਹੁੰਦੀ ਪਈ ਹੈ। ਅੰਦਰ ਇੱਕ ਅਨਮੜਿਆ, ਆ ਜਿੰਨੇ ਤੁਸੀਂ ਸਾਜ਼ ਦੇਖਦੇ ਹੋ ਨਾ, ਤਬਲਾ ਦੇਖਦੇ ਹੋ, ਇਹ ਮੜਿਆ ਹੋਇਆ, ਇਹਦੇ ਉੱਪਰ ਜਿਹੜਾ ਉਹ ਚਮੜੇ ਦਾ ਜਿਹੜਾ ਹੈ ਉਹ ਚੜਿਆ ਹੋਇਆ, ਮੜਿਆ ਹੋਇਆ, ਤਾਂ ਇਹਦੇ ਵਿੱਚੋਂ ਆਵਾਜ਼ ਪੈਦਾ ਹੁੰਦੀ ਹੈ। ਸਾਜ਼ ਜਿਹੜੇ ਨੇ ਜਾਂ ਤੇ ਤੰਦੀ ਵਾਲੇ ਸਾਜ਼ ਹੋਣਗੇ, ਜਾਂ ਟਕਰਾ ਕੇ ਆਵਾਜ਼ ਆਹਦ ਦੇ ਨਾਲ ਪੈਦਾ ਹੁੰਦੇ ਨੇ। 2 ਤਰ੍ਹਾਂ ਦੇ ਸਾਜ਼ ਨੇ, ਇੱਕ ਆਹਦ ਨਾਦ ਹੈ, ਇੱਕ ਅਨਾਹਦ ਨਾਦ ਹੈ। ਆਹਦ ਸਾਜ਼ ਉਹਨਾਂ ਨੂੰ ਆਖਦੇ ਨੇ ਜਿਹੜਾ 2 ਚੀਜ਼ਾਂ ਦੇ ਟਕਰਾਉਣ ਦੇ ਨਾਲ ਪੈਦਾ ਹੁੰਦਾ ਹੈ। ਤਬਲਾ ਜਿਵੇਂ ਹੱਥ ਉੱਪਰ ਮਾਰਿਆ ਜਾਂਦਾ, ਤਬਲੇ ਚੋਂ ਆਵਾਜ਼ ਨਿਕਲਦੀ ਹੈ। ਹਾਰਮੋਨੀਅਮ ਦੀਆਂ ਸੁਰਾਂ ਦਬਾਈਆਂ ਜਾਂਦੀਆਂ ਨੇ, ਤੇ ਜਦੋਂ ਪੱਖੇ ਨੂੰ ਹਿਲਾਇਆ ਜਾਂਦਾ ਹੈ, ਉਹਦੇ ਵਿੱਚੋਂ ਆਵਾਜ਼, ਹਵਾ ਉਹਨਾਂ ਸੁਰਾਂ ਦੇ ਵਿੱਚੋਂ ਦੀ ਨਿਕਲ ਕੇ ਤੇ ਆਵਾਜ਼ ਪੈਦਾ ਕਰਦੀਆਂ ਨੇ। ਤੰਦੀ ਵਾਲੇ ਸਾਜ਼ਾਂ ਉੱਪਰ ਗੱਜ ਜਦੋਂ ਚਲਾਇਆ ਜਾਂਦਾ ਹੈ, ਉਦੋਂ ਆਵਾਜ਼ ਪੈਦਾ ਹੁੰਦੀ ਹੈ। ਰਬਾਬ ਨੂੰ ਝੀਲ, ਛੋਟਾ ਜਿਹਾ ਇੱਕ ਧਾਤ ਦਾ ਟੁਕੜਾ ਆਖ ਸਕਦੇ ਆ, ਉਹਦੇ ਨਾਲ ਤਾਰ ਨੂੰ ਛੇੜਿਆ ਜਾਂਦਾ ਹੈ ਤੇ ਉਹਦੇ ਵਿੱਚੋਂ ਸੁਰ ਤੇ ਰਾਗ ਜਿਹੜੇ ਨੇ ਉਹ ਬਾਹਰ ਨਿਕਲਦੇ ਆ। ਇਹ ਸਾਰੇ ਆਹਦ ਨਾਦ ਨੇ, ਟਕਰਾਓ ਦੇ ਨਾਲ ਪੈਦਾ ਹੁੰਦੇ ਨੇ। ਅਨਾਹਦ ਨਾਦ ਉਸ ਨੂੰ ਆਖਦੇ ਆ ਕਿ ਜਿਹਨੂੰ ਟਕਰਾਇਆ ਕਿਸੇ ਚੀਜ਼ ਦੇ ਨਾਲ ਆਵਾਜ਼ ਪੈਦਾ ਨਾ ਹੋਈ, ਆਪਣੇ ਆਪ ਹੀ ਵੱਜਦਾ ਪਿਆ ਏ ਔਰ ਲਗਾਤਾਰ ਵੱਜਦਾ ਪਿਆ ਏ, ਉਹਨੂੰ ਕੋਈ ਵਜਾ ਵੀ ਨਹੀਂ ਰਿਹਾ, ਤਾਂ ਵੀ ਵੱਜਦਾ ਪਿਆ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਬਾਜੇ 5 ਸ਼ਬਦ ਤਿਤ ਘਰ ਸੁਭਾਗੇ। ਇਸ ਤੋਂ ਅੱਗੇ ਜੇ 5 ਦੀ ਗੱਲ ਕਰੀਏ ਤੇ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜਿਹੜੇ ਸਾਡੇ ਸਰੀਰ ਦੇ ਵਿੱਚ ਨਾ ਇੱਕ ਅੰਮ੍ਰਿਤ ਦਾ ਕੂਟਾ ਹੈ, ਇਹ ਹਰ ਕਿਸੇ ਦੇ ਸਰੀਰ ਵਿੱਚ, ਮਨਮੁਖ ਦੇ ਸਰੀਰ ਵਿੱਚ ਵੀ ਹੈ, ਵਿਕਾਰੀ ਦੇ ਸਰੀਰ ਦੇ ਵਿੱਚ ਵੀ ਹੈ। ਪਰ ਮਨਮੁਖ ਤੇ ਵਿਕਾਰੀ ਜਿਹੜਾ ਹੈ ਉਹ ਅੰਮ੍ਰਿਤ ਨੂੰ ਪ੍ਰਗਟ ਨਹੀਂ ਕਰ ਸਕਦਾ। ਇਹ ਸਤਿਗੁਰੂ ਮਹਾਰਾਜ ਜੀ ਨੇ ਗੁਰਮੁਖ ਨੂੰ ਸੋਝੀ ਦਿੱਤੀ ਕਿ ਅੰਦਰ ਜਿਹੜਾ ਅੰਮ੍ਰਿਤ ਭਰਿਆ ਹੈ ਉਹਨੂੰ ਕੇਵਲ ਗੁਰਮੁਖ ਪ੍ਰਗਟ ਕਰੇਗਾ ਤੇ ਉਹਨੂੰ ਪ੍ਰਾਪਤੀ ਹੋਵੇਗੀ। ਸੱਚੇ ਪਾਤਸ਼ਾਹ ਮਹਾਰਾਜ, ਜਿਵੇਂ ਅਸੀਂ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ। ਹੁਣ ਦੇਖੋ, ਕਹਿੰਦੇ ਰੱਬ ਦੀ ਜੋਤ ਤਾਂ ਸਾਰਿਆਂ ਵਿੱਚ ਨਾ, ਹਸਤੀ ਕੀਟੀ ਤਿਰਲੋ ਆਦੰ, ਏਕ ਅਖੰਡਸ ਬਸੇ ਅਨਾਦੰ। ਰੱਬ ਦੀ ਜੋਤ ਕੀੜੀ ਦੇ ਵਿੱਚ ਵੀ ਹੈ ਤੇ ਹਾਥੀ ਦੇ ਵਿੱਚ ਵੀ ਹੈ। ਉਹ ਗਰੀਬ ਦੇ ਵਿੱਚ ਵੀ ਵਸਦਾ ਪਿਆ ਹੈ ਤੇ ਉਹ ਅਮੀਰ ਦੇ ਵਿੱਚ ਵੀ ਵਸਦਾ ਹੈ। ਉਹ ਕਾਲੇ ਦੇ ਅੰਦਰ ਵੀ ਵਸਦਾ ਹੈ ਤੇ ਉਹ ਗੋਰੇ ਦੇ ਅੰਦਰ ਵੀ ਵਸਦਾ ਹੈ। ਉਹ ਸੋਨੇ ਦੇ ਅੰਦਰ ਵੀ ਵਸਦਾ ਪਿਆ ਹੈ ਤੇ ਉਹ ਕਰੂਪ ਦੇ ਅੰਦਰ ਵੀ ਵਸਦਾ ਪਿਆ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸਕੇ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਹੈ ਪਰ ਪ੍ਰਗਟ ਕਿਵੇਂ ਹੁੰਦੀ? ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੇ ਰਾਹੀਂ ਇਹ ਸੋਝੀ ਮਿਲਦੀ ਹੈ ਕਿ ਜੋਤ ਪ੍ਰਗਟ ਕਿਵੇਂ ਕਰਨੀ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਇਸ ਸਰੀਰ ਅੰਦਰ ਅੰਮ੍ਰਿਤ ਦਾ ਭੰਡਾਰ ਏ, ਪਰ ਮਨਮੁਖ ਜਿਹੜਾ ਏ ਉਹ ਵਿਕਾਰਾਂ ਵਿੱਚ ਫਸਦਾ ਹੈ ਤੇ ਵਿਕਾਰਾਂ ਦੇ ਵਿੱਚ ਫਸਣ ਦੇ ਨਾਲ ਜਿਹੜਾ ਹੈ ਮਨਮੁਖ ਦੇ ਅੰਦਰ ਜਿਹੜੇ ਵਿਕਾਰ ਬੈਠੇ ਨੇ ਉਹ ਇਹ ਅੰਮ੍ਰਿਤ ਨੂੰ ਲੁੱਟ ਕੇ ਲੈ ਜਾਂਦੇ ਨੇ। ਤੇ ਮਹਾਰਾਜ ਨੇ ਉਹਨਾਂ ਵਿਕਾਰਾਂ ਦੀ ਗਿਣਤੀ ਜਿਹੜੀ ਹੈ ਉਹ ਵੀ 5 ਕੀਤੀ ਹੈ। ਇਸ ਦੇਹੀ ਅੰਦਰ 5 ਚੋਰ ਵਸੇ। ਅੱਜ ਆਪਾਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੌੜੀ ਹੈ ਪੰਚ ਪ੍ਰਵਾਨ। ਪੰਚ ਦੀ ਗੱਲ ਕਰਦੇ ਪਏ ਆ ਪਹਿਲੋਂ, ਫਿਰ ਅੱਗੇ ਜਾ ਕੇ ਇਸ ਪੌੜੀ ਦੇ ਅੱਖਰੀ ਅਰਥ ਕਰਦੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਇਸ ਦੇਹੀ ਅੰਦਰ 5 ਚੋਰ ਵਸੇ। ਕਿਹੜੇ ਕਿਹੜੇ ਚੋਰ ਵਸਦੇ ਨੇ? ਕਾਮ,
क्रोध लोभ मोह हंकारा। अमृत लुटे मनमुख नहीं बूझे कोई ना सुने पुकारा। कहते मनमुख ਜਿਹੜਾ ਉਹਨੂੰ ਚੇਤਾ ਹੀ ਨਹੀਂ ਆਉਂਦਾ ਪਿਆ ਕਿ ਮੇਰੇ ਅੰਦਰ ਕੁਛ ਰੱਬ ਨੇ ਕਿਰਪਾ ਵਰਤਾਈ ਹੈ ਤੇ ਮੈਂ ਉਹ ਕਿਰਪਾ ਪ੍ਰਾਪਤ ਕਰ ਲਵਾਂ। ਮਨਮੁਖ ਆਪਣੇ ਲੋਭ ਲਾਲਚਾਂ ਵਿੱਚ ਫਸਿਆ ਪਿਆ ਹੈ। ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਜੇਕਰ ਸਾਡੀਆਂ ਅੱਖਾਂ ਦੇ ਵਿੱਚ ਕੋਈ ਵਿਕਾਰ ਪੈਦਾ ਹੋਵੇ ਨਾ ਤੇ ਡਾਕਟਰ ਕੋਲ ਜਾਓ, ਨਿਗਾਹ ਖਤਮ ਹੋ ਜਾਏ ਤੇ ਡਾਕਟਰ ਕਹਿੰਦਾ ਤੇਰੀ ਮੈਂ ਅੱਖ ਬਦਲ ਸਕਦਾ, ਪੈਸੇ ਲੱਗਣਗੇ। ਜੇਕਰ ਕੰਨਾਂ ਦੀ ਸਰੋਤ ਖਤਮ ਹੋ ਜਾਏ ਨਾ ਤੇ ਡਾਕਟਰ ਕੋਲ ਜਾਓ, ਕੋਈ ਨਾ ਕੋਈ ਢੰਗ ਬਦਲੇਗਾ, ਕੰਨ ਦਾ ਪਰਦਾ ਬਦਲੇਗਾ, ਮਸ਼ੀਨ ਦੇਗਾ, ਉਹ ਕਹੇਗਾ ਮੈਂ ਤੈਨੂੰ ਫਿਰ ਆਪਰੇਸ਼ਨ ਕੀਤਾ, ਸੁਣਨ ਵਾਸਤੇ ਲਾ ਦਿੱਤਾ ਹੈ। ਕਿਸੇ ਕਾਰਨ ਕਿਸੇ ਦਾ ਹੱਥ ਜਾਂ ਪੈਰ ਕੱਟਿਆ ਜਾਏ, ਨਕਾਰਾ ਹੋ ਜਾਏ, ਉਹਦੇ ਵਾਸਤੇ ਨਕਲੀ ਹੱਥ ਜਾਂ ਪੈਰ ਲਾ ਦਿੱਤੇ ਜਾਂਦੇ ਆ। ਪਰ ਜਦੋਂ ਗੁਰੂ ਦੇ ਕੋਲ ਆਉਂਦੇ ਆ ਨਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਅੱਖਾਂ ਨਹੀਂ ਬਦਲਦਾ, ਅੱਖਾਂ ਦੀ ਦ੍ਰਿਸ਼ਟੀ ਬਦਲਦਾ ਹੈ। ਅੱਖਾਂ ਦੀ ਦ੍ਰਿਸ਼ਟੀ ਬਦਲੇਗੀ ਨਾ, ਜਦੋਂ ਵੇਖਣਾ ਤਬਦੀਲ ਹੋ ਜਾਏਗਾ ਤੇ ਫਿਰ ਮਨ ਜਿਹੜਾ ਹੈ ਉਹ ਗਲਤ ਸੋਚੇਗਾ ਨਹੀਂ ਦੇਖ ਕੇ। ਗੁਰੂ ਦੇ ਜਦੋਂ ਕੋਲ ਆਉਨੇ ਆ, ਗੁਰੂ ਕੰਨ ਨਹੀਂ ਬਦਲਦਾ, ਗੁਰੂ ਕੰਨਾਂ ਦੀ ਸਰੋਤ ਬਦਲਦਾ ਹੈ। ਉਹੀ ਕੰਨ ਨਿੰਦਾ ਸੁਣਦੇ ਸੀ, ਉਹੀ ਚੁਗਲੀ ਸੁਣਦੇ ਸੀ, ਉਹੀ ਹੁਣ ਨਾਮ ਸੁਣਨ ਲੱਗ ਪਏ, ਉਹੀ ਅਨਾਹਦ ਨਾਦ ਸੁਣਦੇ ਪਏ ਨੇ। ਗੁਰੂ ਜਿਹੜਾ ਹੈ ਉਹ ਜੀਭ ਨਹੀਂ ਬਦਲਦਾ, ਉਹ ਰਸਨਾ ਦੇ ਸ਼ਬਦ ਬਦਲ ਕੇ ਰੱਖ ਦਿੰਦਾ ਹੈ। ਹੁਣ ਉਸਤਤ ਨਿੰਦਾ ਜਿਹੜੀ ਹੈ ਉਹ ਜੀਭ ਛੱਡ ਦਿੰਦਾ, ਕੇਵਲ ਨਾਮ ਦੇ ਆਸਰੇ ਤੇ ਉਹ ਜਿਉਂਦਾ ਪਿਆ ਹੈ। ਰਸਨਾ ਗੁਣ ਗੋਪਾਲ ਨਿਦ ਗਾਇਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੱਥ ਨਹੀਂ ਬਦਲਦੇ, ਹੱਥਾਂ ਦੀ ਕਿਰਤ ਬਦਲ ਦਿੰਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੈਰ ਨਹੀਂ ਬਦਲਦੇ, ਪੈਂਡਾ ਬਦਲ ਕੇ ਰੱਖ ਦਿੰਦੇ। ਉਹੀ ਪੈਰ ਜਿਹੜੇ ਵਿਕਾਰਾਂ ਵਾਲੇ ਪਾਸੇ ਸਰੀਰ ਲੈ ਕੇ ਜਾਂਦੇ ਸੀ, ਉਹੀ ਹੁਣ ਪੈਰ ਸੰਗਤ ਵਾਲੇ ਪਾਸੇ ਤੁਰਦੇ ਆ। ਇਹਨੂੰ ਜੇ ਬਾਣੀ ਚ ਤੱਕੋ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਵਿੱਚੋਂ ਇਹ ਸਾਰਾ ਕੁਝ ਦਰਸ਼ਨ ਹੋ ਜਾਂਦੇ ਆ ਕਿ ਇਹ ਨੇਤਰੋ ਮੇਰਿਓ ਹਰ ਤੁਮੇ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਕੰਨਾਂ ਨੂੰ ਮਹਾਰਾਜ ਕਹਿੰਦੇ ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਨੋ ਸਤ ਬਾਣੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਸੱਚ ਕਰਕੇ ਜਾਣੋ ਆ ਗਲੇ ਤੋਂ ਜਿੰਨਾ ਉੱਪਰ ਹਿੱਸਾ ਹੈ ਨਾ, ਇਕੱਲਾ ਸਿਰ ਵਾਲਾ ਹੀ ਇਕੱਲਾ ਦੇਖ ਲੋ, ਸਭ ਤੋਂ ਜ਼ਿਆਦਾ ਵਿਕਾਰ ਹੀ ਬਸ ਇੱਥੋਂ ਪੈਦਾ ਹੁੰਦੇ ਨੇ। ਜੇ ਇਹਨੂੰ ਸਾਂਭ ਲਿਆ ਤੇ ਬਾਕੀ ਸਰੀਰ ਆਪੇ ਸਾਂਭਿਆ ਜਾਂਦਾ ਹੈ। ਕੰਨ ਮਾੜਾ ਸੁਣਨਗੇ ਤੇ ਸਰੀਰ ਤੇ ਅਸਰ, ਮੂੰਹ ਮਾੜਾ ਬੋਲੇਗਾ ਤੇ ਸਰੀਰ ਤੇ ਅਸਰ, ਅੱਖਾਂ ਮਾੜਾ ਤੱਕਣਗੀਆਂ ਤੇ ਸਰੀਰ ਤੇ ਅਸਰ। ਬਾਕੀ ਜਿਹੜੇ ਔਗਣ ਨੇ ਉਹ ਸਪਰਸ਼ ਦਾ ਔਗਣ ਹੁੰਦਾ ਹੈ। ਸਕਿਨ ਤੱਕ ਬਾਅਦ ਵਿੱਚ ਗੱਲ ਆਉਂਦੀ, ਪਹਿਲੋਂ ਸਪਰਸ਼ ਦੀ ਗੱਲ ਜਿਹੜੀ ਉਹ ਮਨ ਦੇ ਵਿੱਚ ਫੁਰਨਾ ਤਾਂ ਬਣਦਾ ਹੈ ਕਿਉਂਕਿ ਅੱਖਾਂ ਦੇਖਦੀਆਂ ਪਈਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਹ ਪੰਜ ਵਿਕਾਰ ਵੀ ਨੇ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਪੰਜ ਕਿਹਾ। ਇੱਕ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜਿਹ ਮੁਖ ਪਾਂਚੋਂ ਅੰਮ੍ਰਿਤ ਖਾਏ, ਪਾਂਚੋਂ ਪੰਜ ਚੀਜ਼ਾਂ ਨੂੰ ਅੰਮ੍ਰਿਤ ਰੂਪ ਕਿਹਾ ਗਿਆ। ਉਹਦੇ ਵਿੱਚ ਸੀ ਘਿਓ, ਦੁੱਧ, ਦਹੀਂ, ਖੰਡ ਤੇ ਸ਼ਹਿਦ। ਮਹਾਰਾਜ ਕਹਿੰਦੇ ਨੇ ਇਹਨਾਂ ਨੂੰ ਅੰਮ੍ਰਿਤ ਦਾ ਦਰਜਾ ਬਾਣੀ ਵਿੱਚ ਦਿੱਤਾ ਗਿਆ ਕਿ ਘਿਓ ਨੂੰ, ਦੁੱਧ ਨੂੰ, ਦਹੀਂ ਨੂੰ, ਖੰਡ ਨੂੰ, ਸ਼ਹਿਦ ਨੂੰ, ਇਹਨਾਂ ਨੂੰ ਵੀ ਪੰਜ ਕਿਹਾ। ਜਹ ਮੁਖ ਪਾਂਚੋ ਅੰਮ੍ਰਿਤ ਖਾਏ। ਜੇਕਰ ਅੱਗੇ ਇਸ ਤੋਂ ਅੱਗੇ ਚੱਲੋ ਤੇ ਪੰਜ ਨਿਵਾਜਾਂ ਦੀ ਗੱਲ ਵੀ ਬਾਣੀ ਦੇ ਵਿੱਚ ਕੀਤੀ ਗਈ। ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਪੰਚ ਪ੍ਰਵਾਨ, ਪੰਚ ਦੀ ਗੱਲ ਕਰਦੇ ਪਏ ਕਿ ਪੰਚ ਕੀ ਹੈ। ਜੇਕਰ ਬਾਹਰੀ ਤੌਰ ਤੇ ਦੇਖੋ ਤੇ ਜਿਹੜੇ ਸਾਡੇ ਸਰੀਰ 'ਚ ਚੰਗੇ ਗੁਣ ਆ ਉਹਨਾਂ ਦੀ ਗਿਣਤੀ ਵੀ ਪੰਜ ਹੈ। ਸਤ, ਸੰਤੋਖ, ਦਇਆ, ਧਰਮ ਤੇ ਧੀਰਜ, ਇਹ ਵੀ ਪੰਜ ਨੇ। ਜੇਕਰ ਸਤਿਗੁਰ ਮਹਾਰਾਜ ਜੀ ਦੀ ਹੋਰ ਬਖਸ਼ਿਸ਼ ਦੇਖਣੀ ਆ ਤੇ ਜਦੋਂ ਮਹਾਰਾਜ ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਉੱਥੇ ਚਾਰ ਵੀ ਰੱਖ ਸਕਦੇ ਸੀ, ਤਿੰਨ ਵੀ ਰੱਖ ਸਕਦੇ ਸੀ, 6-7 ਵੀ ਹੋ ਸਕਦੇ ਸੀ, ਪਰ ਮਹਾਰਾਜ ਨੇ ਉੱਥੇ ਵੀ ਪੰਜ ਹੀ ਰੱਖੇ ਆ। ਜੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ ਤੇ ਮਹਾਰਾਜ ਨੇ ਬਾਣੀਆਂ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਸੀਂ ਇਤਿਹਾਸ ਸੁਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤਲਵੰਡੀ ਸਾਬੋ ਦੇ ਅਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਪੂਰਾ ਬੋਲ ਕੇ ਸੁਣਾਇਆ ਤੇ ਭਾਈ ਮਨੀ ਸਿੰਘ ਲਿਖਦੇ ਪਏ ਆ।
ਇਤਿਹਾਸ ਦੀ ਘਟਨਾ ਹੈ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਖਿਦਰਾਣੇ ਦੀ ਢਾਬ ਦੇ ਉੱਤੇ ਜੰਗ ਹੋਈ ਤੇ ਮਹਾਰਾਜ ਇਹ ਜੰਗ ਜਿੱਤਣ ਤੋਂ ਬਾਅਦ ਤਲਵੰਡੀ ਸਾਬੋ ਗਏ। ਮਹਾਰਾਜ ਨੇ ਉੱਥੇ ਜਾ ਕੇ ਫਿਰ ਜੰਗ ਦਾ ਕਮਰ ਕੱਸਾ ਖੋਲਿਆ, ਦਮ ਲਿਆ, ਇਸ ਕਰਕੇ ਨਾਮ ਉੱਥੇ ਹੋਇਆ ਦਮ ਦਮਾ। ਦਮ ਜਾ ਕੇ ਲਿਆ, ਸਾਹ ਜਾ ਕੇ ਲਿਆ। ਇਸ ਤੋਂ ਬਾਅਦ ਵਿੱਚ ਮਹਾਰਾਜ ਨੇ ਕੋਈ ਜੰਗ ਨਹੀਂ ਲੜੀ, ਸਿੱਖਾਂ ਨੇ ਬਹੁਤ ਲੜੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਜੇਕਰ ਕਿਰਪਾ ਕਰੋ ਕਿ ਬਹੁਤ ਚਿਰ ਜੰਗਾਂ ਯੁੱਧਾਂ ਵਿੱਚ ਸਮਾਂ ਵੀ ਬਤੀਤ ਹੋਇਆ ਹੈ, ਕਿ ਜੇਕਰ ਗੁਰਬਾਣੀ ਦੀ ਤੁਸੀਂ ਸੰਥਿਆ ਕਰਾ ਦਿਓ, ਗੁਰਬਾਣੀ ਦੇ ਅਰਥ ਬੋਧ ਸਾਨੂੰ ਪੜ੍ਹਾ ਦੇਵੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਕਰਤਾਰਪੁਰ ਭੇਜਿਆ। ਤੁਸੀਂ ਪੰਜਾਬ ਜਦੋਂ ਜਾਓ ਤੇ ਜਲੰਧਰ ਦੇ ਕੋਲ ਇੱਕ ਕਰਤਾਰਪੁਰ ਹੈ, ਗੁਰੂ ਅਰਜਨ ਦੇਵ ਨੇ ਵਸਾਇਆ ਹੈ। ਇੱਕ ਕਰਤਾਰਪੁਰ ਪਾਕਿਸਤਾਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਵਸਾਇਆ, ਤੇ ਇੱਕ ਜਲੰਧਰ ਦੇ ਕੋਲ ਕਰਤਾਰਪੁਰ ਹੈ ਜਿੱਥੇ ਗੁਰਦੁਆਰਾ ਥਾਮਜੀ ਸਾਹਿਬ ਹੈ, ਗੁਰਦੁਆਰਾ ਗੰਗਸਰ ਸਾਹਿਬ ਹੈ। ਇੱਥੇ ਧੀਰ ਮੱਲੀਆਂ ਦੇ ਵੀ ਘਰ ਅੱਜ ਵੀ ਉੱਥੇ ਮੌਜੂਦ ਆ। ਤੇ ਜਿਹੜੀ ਪਹਿਲੀ ਬੀੜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਤੋਂ ਲਿਖਾਈ ਸੀ ਨਾ, ਜਿਹਨੂੰ ਪੋਥੀ ਸਾਹਿਬ ਕਿਹਾ, ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕਰਕੇ ਜਿੰਦਾ ਹੁਕਮਨਾਮਾ ਲਿਆ, ਉਹ ਬੀੜ ਅੱਜ ਵੀ ਧੀਰ ਮੱਲੀਆਂ ਦੇ ਕੋਲ ਆ। ਉਹ ਵਿਸਾਖੀ ਦੇ ਉੱਤੇ ਉਹ ਬੀੜ ਦਰਸ਼ਨ ਜ਼ਰੂਰ ਕਰਾ ਦਿੰਦੇ ਨੇ, ਪਰ ਉਹ ਅੱਜ ਵੀ ਸੋਚਦੇ ਨੇ ਕਿ ਇਹਦੇ ਤੇ ਬਸ ਸਾਡਾ ਹੀ ਕਬਜ਼ਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਬਾਣੀ ਜਿਹੜੀ ਹੈ ਇੰਨੀ ਵਿਸ਼ਾਲਤਾ ਰੱਖਦੀ ਏ ਕਿ ਜਿਹੜਾ ਪੜ੍ਹੇਗਾ, ਜਿਹੜਾ ਗਾਏਗਾ, ਕੋਈ ਗਾਵੇ ਕੋ ਸੁਨੇ ਹਰਨਾਮਾ ਚਿਤ ਲਾਏ, ਜਿਹੜਾ ਗਾਵੇ, ਜਿਹੜਾ ਸੁਨੇ, ਜਿਹੜਾ ਇਹਨੂੰ ਵਿਚਾਰੇਗਾ ਉਹਦਾ ਹੀ ਉਧਾਰ ਹੋ ਜਾਵੇਗਾ। ਮਹਾਰਾਜ ਨੇ ਸਿੱਖ ਭੇਜੇ, ਉਹਨਾਂ ਨੇ ਨਾ ਕਰ ਦਿੱਤੀ, ਕਹਿਣ ਲੱਗੇ ਨਹੀਂ ਅਸੀਂ ਇਹ ਬੀੜ ਨਹੀਂ ਦੇਣੀ। ਜੇ ਗੁਰੂ ਗੋਬਿੰਦ ਸਿੰਘ ਸੱਚੀ ਮੁੱਚੀ ਗੁਰੂ ਨੇ ਤੇ ਉਹ ਆਪ ਗੁਰੂ ਗ੍ਰੰਥ ਸਾਹਿਬ ਲਿਖਵਾ ਲੈਣ, ਆਪ ਪੋਥੀ ਲਿਖਵਾ ਲੈਣ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵੰਡੀ ਸਾਬੋ ਦੇ ਸਥਾਨ ਤੇ, ਜਿੱਥੇ ਗੁਰਦੁਆਰਾ ਲਿਖਣ ਸਾਰੇ, ਤਲਵੰਡੀ ਸਾਬੋ ਜਾਓ ਨਾ ਜੀ, ਤਖਤ ਸਾਹਿਬ ਦੇ ਬਿਲਕੁਲ ਸੱਜੇ ਪਾਸੇ, ਤਖਤ ਤੇ ਨਹੀਂ ਜਾਣਾ, ਪਹਿਲੋਂ ਹੀ ਇੱਕ ਅਸਥਾਨ ਹੈ ਜਿੰਦਾ ਨਾਮ ਹੈ ਲਿਖਣਸਰ, ਉੱਥੇ ਮਹਾਰਾਜ ਜੀ ਨੇ ਬੀੜ ਲਿਖਾਈ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਾ ਦੀਪ ਸਿੰਘ ਜਿਹੜੇ ਸਨ, ਉਹਨਾਂ ਨੇ ਕਲਮਾਂ ਕੱਟ ਕੇ ਦੇਣੀਆਂ, ਸ਼ਾਹੀ ਬਣਾ ਕੇ ਦੇਣੀ, ਕਾਗਜ਼ ਦਾ ਜੁੱਜ ਬਣਾ ਕੇ ਦੇਣਾ, ਤੇ ਲਿਖਣ ਦੀ ਸੇਵਾ ਜਿਹੜੀ ਸੀ ਉਹ ਭਾਈ ਮਨੀ ਸਿੰਘ ਸਾਹਿਬ ਨੇ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਨੇ ਇੱਕ ਓੰਕਾਰ ਤੋਂ ਲੈ ਕੇ ਸੰਪੂਰਨਤਾ ਤੱਕ ਇਹ ਪਾਵਨ ਬੀੜ ਜਿਹੜੀ ਸੀ ਆਪ ਬੋਲਦੇ ਨੇ ਮਹਾਰਾਜ, ਤੇ ਭਾਈ ਮਨੀ ਸਿੰਘ ਉੱਥੇ ਲਿਖਦੇ ਗਏ। ਹੁਣ ਦੇਖੋ ਸਤਿਗੁਰੂ ਮਹਾਰਾਜ ਜਿਹੜੀ ਸਮੁੱਚੀ ਬਾਣੀ ਆਪ ਲਿਖਾ ਸਕਦੇ ਆ, ਉਹ ਬਾਣੀਆਂ ਵੱਧ ਘੱਟ ਵੀ ਉਸ ਵੇਲੇ ਵਰਤ ਸਕਦੇ ਸੀ, ਪਰ ਮਹਾਰਾਜ ਨੇ 5 ਬਾਣੀਆਂ ਉੱਥੇ ਵਰਤੀਆਂ। ਬਾਕੀ ਇਹ ਦਾਅਵਾ ਕੋਈ ਨਹੀਂ ਕਿ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰਸੂਰਾ, ਕਿ ਉਹਦੀਆਂ ਉਹੀ ਜਾਣਦਾ ਹੈ ਕਿ ਉਹਨੇ ਕਿਉਂ 5 ਵਰਤੀਆਂ ਜਾਂ ਕਿਉਂ 5 ਰੱਖੇ। ਅਸੀਂ ਕੇਵਲ ਜਿੰਨੀ ਕੁ ਤੁਸ਼ ਬੁੱਧੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਵਾਰੀ ਜਪਜੀ ਸਾਹਿਬ ਦੀ ਕਥਾ ਕੀਤੀ, ਕਸ਼ਮੀਰ ਦੇ ਵਿੱਚ ਮਹਾਰਾਜ ਗਏ ਤੇ ਮਹਾਰਾਜ ਨੇ ਜਪਜੀ ਸਾਹਿਬ ਦੀ ਕਥਾ ਕਸ਼ਮੀਰ ਵਿੱਚ ਕੀਤੀ, ਤੇ ਅੰਤ ਵਿੱਚ ਸੱਚੇ ਪਾਤਸ਼ਾਹ ਦੇਖੋ ਹੁਣ ਗੁਰੂ ਜੋਤ ਆ ਨਾ, ਭਿੰਨਤਾ ਕੋਈ ਨਹੀਂ। ਕੇਵਲ ਮਹਾਰਾਜ ਕਹਿੰਦੇ ਸਰੀਰ ਬਦਲਿਆ, ਜੋ ਤੋਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਏ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਹੁਣ ਗੁਰੂ ਦੇ ਅਸੀਂ ਤਾਂ ਕਵਾਂਗੇ ਜੀ ਬਿਲਕੁਲ ਭੇਦ ਨਹੀਂ, ਪਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੇਕਰ ਜਪਜੀ ਸਾਹਿਬ ਦੀ ਕਥਾ ਆਪ ਸੁਣਾ ਕੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਇਹ ਕਥਾ ਨੂੰ ਇੰਨਾ ਨਾ ਸਮਝ ਲਿਓ ਕਿ ਜਪਜੀ ਸਾਹਿਬ ਦੇ ਅਰਥ ਸੁਣਾ ਦਿੱਤੇ। ਜਪਜੀ ਦੇ ਅਰਥ ਜਪਜੀ ਉਚਾਰਨ ਕਰਨ ਵਾਲਾ ਹੀ ਜਾਣਦਾ ਹੈ। ਜਪਜੀ ਦੇ ਅਰਥ, ਜਪਜੀ ਦੀ ਵਿਆਖਿਆ, ਜਪਜੀ ਉਚਾਰਨ ਕਰਨ ਵਾਲਾ ਕੇਵਲ ਜਾਣਦਾ ਹੈ। ਅਸੀਂ ਕੇਵਲ ਆਪਣੀ ਬੁੱਧੀ ਅਨੁਸਾਰ ਇਹਦੇ ਅਰਥ ਕਰਕੇ ਸੁਣਾਏ ਆ। ਹੁਣ ਅਸੀਂ ਅਰਥ ਕੀਤੇ। ਇਸ ਤੋਂ ਪਹਿਲੋਂ ਲੜੀਵਾਰ ਕਥਾ ਹੋਈ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਜੇਕਰ ਟੀਕੇ ਹੋਏ ਆ ਨਾ, ਟੀਕੇ ਤੋਂ ਭਾਵ ਕਿ ਜੇਕਰ ਅਰਥ ਲਿਖੇ ਗਏ ਉਹ ਜਪਜੀ ਸਾਹਿਬ ਦੇ ਲਿਖੇ ਗਏ। ਵਿਨੋਬਾ ਭਾਵੇ ਨੇ ਲਿਖੇ, ਰਜਨੀਸ਼ ਓਸ਼ੋ ਨੇ ਲਿਖੇ, ਨਿਰਮਨਿਆ ਨੇ ਲਿਖੇ, ਉਦਾਸੀਆਂ ਨੇ ਲਿਖੇ, ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖੇ, ਭਾਈ ਵੀਰ ਸਿੰਘ ਨੇ ਲਿਖੇ, ਨਾਰਾਇਣ ਸਿੰਘ ਮੁਜ਼ੰਗਾਬਾਦ ਨੇ ਲਿਖੇ, ਬਹੁਤ ਸਾਰੇ ਵਿਦਵਾਨ 100 ਤੋਂ ਉੱਪਰ ਟੀਕੇ ਜਿਹੜੇ ਨੇ ਉਹ ਜਪਜੀ ਸਾਹਿਬ ਦੇ ਹੋ ਚੁੱਕੇ ਨੇ, ਤੇ ਇੱਕ ਟੀਕਾ ਦੂਜੇ ਟੀਕੇ ਨਾਲ ਮੇਲ ਨਹੀਂ ਖਾਂਦਾ। ਸਭ ਦੇ ਅਰਥ ਵੱਖੋ ਵੱਖਰੇ ਨੇ। ਗਿਆਨੀ ਕਿਰਪਾਲ ਸਿੰਘ ਨੇ ਵੱਖਰਾ ਲਿਖਿਆ, ਅਮੀਰ ਭੰਡਾਰ ਵਾਲਿਆਂ ਨੇ ਵੱਖਰਾ ਲਿਖਿਆ, ਪਰ ਇਹ ਨਹੀਂ ਕਿ ਇੱਕ ਸਹੀ ਆ ਤੇ 2 ਗਲਤ, ਬਾਕੀ ਗਲਤ ਹੋਣਗੇ। ਮਸਕੀਨ ਸਾਹਿਬ ਉਹਨਾਂ ਨੇ ਵੀ ਬਾਣੀ ਦੇ ਅਰਥ ਕੀਤੇ, ਤੇ ਉਹ ਕਹਿੰਦੇ ਹੁੰਦੇ ਸੀ ਇੱਕ ਗੱਲ, ਕਹਿੰਦੇ ਮੈਂ ਸੋਚਦਾ ਕਿ ਇੱਕ ਟੀਕਾ ਸਹੀ ਹੋ ਸਕਦਾ, ਬਾਕੀ ਸਾਰੇ ਗਲਤ ਨੇ।
ਇੱਕ ਟੀਕਾ ਸਹੀ ਹੋ ਸਕਦਾ ਹੈ, ਬਾਕੀ ਸਾਰੇ ਗਲਤ ਨੇ। ਪਰ ਕਹਿੰਦੇ ਮੈਨੂੰ ਅੱਜ ਪਤਾ ਲੱਗਿਆ ਕਿ ਸਾਰੇ ਹੀ ਸਹੀ ਨੇ, ਕੋਈ ਵੀ ਗਲਤ ਨਹੀਂ ਆ। ਲੋਕ ਪੁੱਛਦੇ ਸੀ, ਕਹਿੰਦੇ ਸਾਰੇ ਕਿਵੇਂ ਸਹੀ ਹੋ ਸਕਦੇ ਆ? ਕਹਿੰਦੇ ਅਸਲ ਦੇ ਵਿੱਚ ਰੱਬ ਜਿਹੜਾ ਪਰਮਾਤਮਾ ਹੈ ਨਾ, ਉਹ ਸਮੁੰਦਰ ਹੈ। ਤੇ ਅਸੀਂ ਵਿਦਵਾਨ ਜਿਹੜੇ ਨੇ, ਸਾਡੇ ਕੋਲ ਜਿੰਨਾ ਕੁ ਭਾਂਡਾ ਹੈ, ਅਸੀਂ ਉਸ ਸਮੁੰਦਰ ਚ ਉਨਾ ਜਲ ਭਰ ਕੇ ਲਿਆਏ। ਜੇ ਕਿਸੇ ਕੋਲ ਕਟੋਰੀ ਸੀ, ਉਹ ਕਟੋਰੀ ਭਰ ਕੇ ਲਿਆਇਆ। ਜੇ ਕਿਸੇ ਕੋਲ ਗਲਾਸ ਸੀ, ਉਹ ਗਲਾਸ ਭਰ ਕੇ ਲਿਆਇਆ। ਜੇ ਕਿਸੇ ਕੋਲ ਬਾਲਟੀ ਸੀ, ਉਹ ਬਾਲਟੀ ਭਰ ਕੇ ਲੈ ਆਇਆ। ਜਿੰਨੀ ਆਪ ਆਪਣੀ ਬੁੱਧ ਹੈ ਜੇਤੀ ਬਰਨਤ, ਭਿੰਨ ਭਿੰਨ ਤੋਹਿ ਤੇਤੀ। ਜਿੰਨੀ ਕੁ ਬੁੱਧੀ ਉਨਾ ਕੁ ਕਿਸੇ ਨੇ ਅਰਥ ਕਰ ਦਿੱਤੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਆਖਰੀ ਅਰਥ ਨਹੀਂ, ਕੋਈ ਵੀ ਕਰ ਦੇ, ਮੈਂ ਵੀ ਇੱਥੇ ਕਰਕੇ ਚਲੇ ਜਾਵਾਂਗਾ, ਪਰ ਇਹ ਆਖੀਰਲੇ ਅਰਥ ਨਹੀਂ ਨੇ। ਜਪਜੀ ਦੇ ਅਰਥ ਕੇਵਲ ਗੁਰੂ ਨਾਨਕ ਜਾਣਦੇ ਨੇ। ਸਾਡਾ ਤੇ ਇੰਨਾ ਫਰਜ਼ ਹੈ, ਸਾਨੂੰ ਤੇ ਇਹੀ ਹੁਕਮ ਹੈ ਕਿ ਸਿੱਖ ਨੇ ਜਪਜੀ ਸਾਹਿਬ ਪੜ੍ਹਨਾ ਹੈ। ਸਵੇਰੇ ਅੰਮ੍ਰਿਤ ਵੇਲੇ ਜ਼ਰੂਰ ਪੜ੍ਹੇ, ਸਮਾਂ ਮਿਲੇ ਤੇ ਰਾਤ ਨੂੰ ਵੀ ਜ਼ਰੂਰ ਪੜ੍ਹ ਲਿਆ ਕਰੇ। ਭਾਵੇਂ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਨੇ 5 ਬਾਣੀਆਂ ਵਰਤੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 5 ਬਾਣੀਆਂ ਵਰਤੀਆਂ। ਜੇ ਅੰਮ੍ਰਿਤ ਤਿਆਰ ਕੀਤਾ ਨਾ ਜੀ, ਅੰਮ੍ਰਿਤ, ਉਹਦੇ ਵਾਸਤੇ ਵੀ 5 ਵਸਤੂ ਵਰਤੀਆਂ। ਸਭ ਤੋਂ ਪਹਿਲਾਂ ਉਹ ਬਾਟਾ ਵਰਤਿਆ, ਫਿਰ ਖੰਡਾ ਦੂਸਰਾ, ਤੀਸਰਾ ਜਿਹੜਾ ਸੀ ਉਹਦੇ ਵਿੱਚ ਜਲ ਪਾਇਆ ਗਿਆ, ਚੌਥਾ ਵਿੱਚ ਪਤਾਸੇ ਪਾਏ ਗਏ, ਤੇ ਪੰਜਵੀਂ ਵਿੱਚ ਨਾਲ ਬਾਣੀ ਪੜੀ ਗਈ। ਇਹ 5 ਚੀਜ਼ਾਂ ਮਿਲਦੀਆਂ ਤੇ ਫਿਰ ਅੰਮ੍ਰਿਤ ਬਣਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਜੇ ਸਾਨੂੰ ਤਖਤ ਦਿੱਤੇ ਆ, ਤੇ ਉਹ ਵੀ 5 ਨੇ। ਤਖਤ ਜਿਹੜੇ ਨੇ ਉਹ ਵੀ 5 ਨੇ ਸਾਡੇ ਕੋਲ। ਤੇ ਜੇਕਰ ਹਰਮੰਦਰ ਸਾਹਿਬ ਦੀ ਅਸੀਂ ਅਰਦਾਸ ਰੋਜ਼ਾਨਾ ਕਰਦੇ ਆ ਨਾ, ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਤੇ ਉੱਥੇ ਸਰੋਵਰਾਂ ਦੀ ਗਿਣਤੀ ਵੀ 5 ਹੈ ਅੰਮ੍ਰਿਤਸਰ ਦੇ ਵਿੱਚ। ਪਹਿਲਾ ਰਾਮਸਰ, ਇਹਦੇ ਅਰਥ ਨੇ, ਅੰਦਰਲੇ ਅਰਥ ਨੇ। ਜਿਵੇਂ ਕਿਸੇ ਦੇ, ਤੁਸੀਂ ਚਲੋ ਇੰਗਲੈਂਡ ਚੱਲ ਕੇ ਆਏ ਹੋ, ਤੇ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਤੇ ਗਏ ਹੋ ਨਾ, ਤੇ ਫਿਰ ਅੱਗੇ ਇਸ ਦੇਸ਼ ਵਿੱਚ ਐਂਟਰ ਹੋਏ ਹੋ ਨਾ, ਪਹਿਲੋਂ ਉਸ ਦੇਸ਼ ਵਿੱਚ ਆਉਣ ਵਾਸਤੇ ਆਗਿਆ ਮੰਗੀ ਜਾਂਦੀ ਹੈ। ਇਹ ਰਾਮਸਰ ਹੈ, ਇਹ ਉਹ ਰਮੇ ਹੋਏ ਰੱਬ ਦਾ ਘਰ ਹੈ ਜਿੱਥੇ ਆਗਿਆ ਪਹਿਲੋਂ ਮੰਗੀ ਕਿ ਰਾਮਸਰ ਦਾ ਇਸ਼ਨਾਨ ਆ। ਦੂਸਰਾ ਇਸ਼ਨਾਨ ਜਿਹੜਾ ਸੀ ਉਹ ਵਿਵੇਕ ਸਰ ਦਾ ਸੀ। ਜਦੋਂ ਕਿਸੇ ਸਿਆਣੇ ਦੇ ਕੋਲ ਜਾਓ, ਆਪਣੇ ਤੋਂ ਵੱਡੇ ਦੇ ਕੋਲ ਜਾਓ, ਤੇ ਫਿਰ ਬੋਲਣ ਲੱਗਿਆਂ ਇਹ ਸੋਚਣਾ ਪੈਂਦਾ ਹੈ ਕਿ ਮੇਰੀ ਭਾਸ਼ਾ ਜਿਹੜੀ ਆ ਉਹ ਸੱਭਿਅਕ ਹੋਣੀ ਚਾਹੀਦੀ, ਅਸੱਭਿਅਕ ਨਾ ਹੋਵੇ। ਤੇ ਬੋਲਦਿਆਂ ਹੋਇਆਂ ਕੋਈ ਵੀ ਅਪਸ਼ਬਦ ਨਾ ਨਿਕਲ ਜਾਵੇ, ਇਹਦੇ ਵਾਸਤੇ ਸਿਆਣਪ ਚਾਹੀਦੀ ਹੈ। ਤੇ ਸਿਆਣਪ ਨੂੰ ਕਹਿੰਦੇ ਨੇ ਵਿਵੇਕ ਬੁੱਧੀ। ਦੂਸਰਾ ਇਸ਼ਨਾਨ ਜਿਹੜਾ ਸੀ ਉਹ ਵਿਵੇਕ ਸਰ ਦਾ ਸੀ। ਇਹ ਤਾਂ ਕਰਕੇ ਸੁਣਾਉਂਦਾ ਪਿਆ ਹੈ ਕਿਉਂਕਿ ਆਪ ਸੰਗਤ ਇੱਥੇ ਬੈਠ ਕੇ ਵੀ ਸੁਣਦੇ ਹੋ, ਤੇ YouTube ਰਾਹੀਂ, ਸੋਸ਼ਲ ਮੀਡੀਆ ਰਾਹੀਂ ਸੰਗਤ ਘਰਾਂ ਵਿੱਚ ਵੀ ਬੈਠ ਕੇ ਸੁਣਦੀ ਪਈ ਆ ਕਿ ਜਦੋਂ ਅਸੀਂ ਅੰਮ੍ਰਿਤਸਰ ਹੁਣ ਜਾਈਏ ਤੇ ਸਮਾਂ ਕੱਢ ਕੇ ਜਾਈਏ, ਕਾਹਲੀ ਦੇ ਨਾਲ ਨਹੀਂ। ਜੇਕਰ ਸਾਨੂੰ ਸਮਾਂ ਮਿਲੇ ਤੇ ਅਸੀਂ ਜਿਹੜੀ ਰੋਜ਼ਾਨਾ ਅਰਦਾਸ ਕਰਦੇ ਹਾਂ ਕਿ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਉਹ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਕਰ ਸਕੇ। ਨਾ ਕਿ ਅਰਦਾਸ ਚ ਇਹ ਨਹੀਂ ਆਖਦੇ ਕਿ ਹਰਮੰਦਰ ਦੇ ਦਰਸ਼ਨ ਇਸ਼ਨਾਨ, ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਨੇ। ਦੂਸਰਾ ਇਸ਼ਨਾਨ ਜਿਹੜਾ ਹੈ ਉਹ ਵਿਵੇਕ ਸਰ ਦਾ ਹੈ। ਤੀਸਰਾ ਇਸ਼ਨਾਨ ਜਿਹੜਾ ਹੈ ਉਹ ਸੰਤੋਖ ਸਰ ਦਾ ਹੈ ਕਿ ਸਾਡੇ ਜੀਵਨ ਚ ਸੰਤੋਖ ਬਹੁਤ ਜ਼ਰੂਰੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਕਿਰਪਾ ਕਰਦੇ ਨੇ, ਸਹਿਸ ਖੱਟੇ ਲੱਖ ਕੋਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਬਿਨਾ ਸੰਤੋਖ ਨਹੀਂ ਕੋ ਰਾਜੇ। ਸੰਤੋਖ ਤੋਂ ਬਿਨਾ, ਦੇਖੋ ਹਰਮੰਦਰ ਸਾਹਿਬ ਦਾ ਜਦੋਂ ਸਰੋਵਰ ਦੀ ਪੁਟਾਈ ਕੀਤੀ ਗਈ ਨਾ, ਜਦੋਂ ਉਹ ਪੂਰਨ ਹੋ ਜਾਂਦਾ ਹੈ, ਪੂਰਨ ਤਾਲ ਖਟਾਇਆ, ਉਹ ਸਰੋਵਰ ਦੇ ਵਿੱਚ ਜਲ ਭਰਿਆ ਗਿਆ। ਉਹ ਜਲ ਇੱਕਦਮ ਜਿਹੜਾ ਸੀ ਉਹ ਫਿਰ ਸੁੱਕ ਗਿਆ ਥੋੜੇ ਚਿਰ ਬਾਅਦ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਸੰਤੋਖ ਸਰ ਸਰੋਵਰ ਦੀ ਪੁਟਾਈ ਕੀਤੀ ਮਿੱਟੀ ਨਿਕਲੀ ਆ ਨਾ, ਉਹ ਲਿਆ ਕੇ ਹਰਮੰਦਰ ਦੀ ਜਿਹੜੀ ਥੱਲੜੀ ਤਹਿ ਦੇ ਉੱਤੇ ਪਾਓ, ਫਿਰ ਜਲ ਟਿਕਣਾ ਹੈ। ਸੰਤੋਖ ਤੋਂ ਬਗੈਰ ਧਨ ਜਿੰਨਾ ਮਰਜ਼ੀ ਹੋਵੇ ਟਿਕਾ ਨਹੀਂ ਆ ਸਕਦਾ। ਚੌਥਾ ਇਸ਼ਨਾਨ ਜਿਹੜਾ ਸੀ ਉਹ ਕੌਲ ਸਰ ਦਾ ਸੀ। ਕੌਲ ਸਰ ਦਾ ਇਸ ਕਰਕੇ ਸੀ ਕਿ ਸਾਡੇ ਅੰਦਰ ਇੱਕ ਕਮਲ ਦਾ ਫੁੱਲ ਏ, ਤੇ ਉਹ ਉਲਟਾ ਹੁੰਦਾ ਹੈ। ਜਿਉਂ-ਜਿਉਂ ਨਾਮ ਜਪੋ, ਜਿਉਂ-ਜਿਉਂ ਸ਼ਬਦ ਜਿਹੜਾ ਸੁੱਤ ਦਾ ਸੁਮੇਲ ਹੁੰਦਾ ਹੈ, ਜਿਉਂ-ਜਿਉਂ ਵਾਹਿਗੁਰੂ ਵਾਹਿਗੁਰੂ ਜਪਦੇ ਆ, ਤੇ ਧੁਨੀ ਜਿਹੜੀ ਆ ਪਰਾ ਪਸੰਤੀ ਮਧਮਾ ਬੈਖਰੀ, ਇਹ 4 ਬਾਣੀਆਂ ਨੇ। ਇਹ ਧੁਨੀ ਜਾ ਕੇ ਜਦੋਂ ਨਾਭੀ ਨਾਲ ਟਕਰਾਉਂਦੀ ਆ ਤੇ ਫਿਰ ਉਹ ਕਮਲ ਖਿੜਨਾ ਸ਼ੁਰੂ ਹੁੰਦਾ ਹੈ। ਇਹ ਚੌਥਾ ਇਸ਼ਨਾਨ ਸੀ। ਤੇ ਪੰਜਵਾਂ ਹਰਮੰਦਰ, ਹਰ ਮੰਦਰ ਹਰ ਜੀਉ ਸਾਜਿਆ, ਹਰ ਵਸੇ ਜਿਸ ਨਾਲ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ 5 ਸਰੋਵਰ ਵੀ ਦਿੱਤੇ ਆ। ਅੱਜ ਜੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ, ਮਹਾਰਾਜ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਖਦੇ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ।
ਜਾਂ ਅੱਜ ਜਿਹੜੇ ਪੰਚ ਦਾ ਅਰਥ ਹੈ ਨਾ, ਗੁਰੂ ਸਾਹਿਬ ਜਿਵੇਂ ਸਾਨੂੰ ਆਖਦੇ ਹੋਵਨ ਕਿ ਸਭ ਤੋਂ ਪਹਿਲਾਂ ਜਿਹੜਾ ਏ ਕਿ ਉਹ ਸਚਿਆਰਾ ਬੰਨਾ ਸਿੱਖ, ਦੂਸਰਾ ਉਹਨੂੰ ਪ੍ਰਮਾਤਮਾ ਨੂੰ ਗਾਉਣਾ ਸਿੱਖ। ਇਹ ਪਿਛਲੀਆਂ ਜਿਹੜੀਆਂ ਪੌੜੀਆਂ 15 ਪੌੜੀਆਂ ਅਸੀਂ ਪੜ੍ਹ ਕੇ ਆਏ ਆ, ਉਹਨੂੰ ਵਿਚਾਰ ਕੇ ਆਏ। ਮਹਾਰਾਜ ਨੇ ਉਹਦਾ ਅਸਰ ਜਿਹੜਾ ਜਿਵੇਂ ਅੱਗੇ ਰੱਖ ਦਿੱਤਾ ਹੋਵੇ ਕਿ ਪੰਚ ਤੇ ਆਉਣਾ ਹੈ। ਪਹਿਲਾ ਸਚਿਆਰ ਹੋਣਾ, ਦੂਸਰਾ ਉਸ ਨੂੰ ਗਾਉਣਾ, ਤੀਸਰਾ ਉਸ ਨੂੰ ਸੁਣਨਾ, ਚੌਥਾ ਉਸ ਨੂੰ ਮੰਨ ਲੈਣਾ, ਤੇ ਪੰਜਵਾਂ ਜਿਹੜਾ ਹੈ ਉਹ ਮੰਨ ਕੇ ਹਿਰਦੇ ਵਿੱਚ ਵਸਾ ਲੈਣਾ। ਇਹ ਪੰਜ ਨੇ। ਤੇ ਮਹਾਰਾਜ ਪਾਤਸ਼ਾਹ ਗੁਰੂ ਨਾਨਕ ਦੇਵ ਕਹਿੰਦੇ ਨੇ ਪੰਚ ਪ੍ਰਵਾਨ। ਕਿਹੜੇ ਪੰਚ ਪ੍ਰਵਾਨ ਹੋਏ? ਕਿ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੁਣਿਆ, ਸੁਣਨ ਤੋਂ ਬਾਅਦ ਵਿੱਚ ਉਹਨੂੰ ਮੰਨਿਆ, ਤੇ ਮੰਨਣ ਤੋਂ ਬਾਅਦ ਨਿਧਿਆਸਨ ਉਹਨੂੰ ਚੰਗੀ ਤਰ੍ਹਾਂ ਹਿਰਦੇ ਵਿੱਚ ਜਪਿਆ, ਟਿਕਾ ਲਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਪੰਚ ਨੇ, ਜਿਨ੍ਹਾਂ ਨੇ ਸੁਣਿਆ, ਮੰਨਿਆ ਤੇ ਫਿਰ ਹਿਰਦੇ ਵਿੱਚ ਵਸਾਇਆ, ਉਹ ਮੇਰੇ ਘਰ ਦੇ ਵਿੱਚ ਪ੍ਰਵਾਨ ਹੋਏ। ਰੱਬ ਦੇ ਘਰ ਦੇ ਵਿੱਚ ਉਹ ਪ੍ਰਵਾਨ ਹੋਏ। ਜਾਂ ਇਹਦੇ ਅਰਥ ਇਵੇਂ ਕਰ ਲਓ ਕਿ ਜਿਹੜਾ ਪੰਚ ਹੈ ਇਹਦੇ ਅਰਥ ਨੇ ਕਿ ਸੰਤ ਹੈ। ਪੰਚ ਦੇ ਅਰਥ ਸੰਤ ਨੇ। ਤੇ ਉਹ ਸੰਤ ਪ੍ਰਵਾਨ ਹੋਇਆ ਜਿਹਨੇ ਸੁਣਿਆ, ਜਿਹਨੇ ਮੰਨਿਆ ਤੇ ਜਿਹਨੇ ਨਿਧਿਆਸਨ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਦੂਸਰਾ ਇੱਥੇ ਸ਼ਬਦ ਵਰਤਿਆ ਪੰਚ ਪ੍ਰਧਾਨ। ਪ੍ਰਧਾਨਤਾ ਦੇਖੋ, ਪ੍ਰਧਾਨ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਚ ਕਈ ਥਾਵਾਂ ਤੇ ਵਰਤਿਆ, ਜਿਵੇਂ ਪਾਪ ਕੀ ਜੰਜ ਲੈ ਕਾਬਲੋਂ ਤਾਇਆ, ਜੋਰੀ ਮੰਗੀ ਦਾਨ ਮੇ ਲਾ ਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਮੇ ਲਾ ਲੋ। ਕੂੜ ਨੂੰ ਵੀ ਪ੍ਰਧਾਨ ਕਹਿ ਦਿੱਤਾ, ਪਰ ਇੱਥੇ ਕੂੜ ਪ੍ਰਧਾਨ ਨਹੀਂ, ਇੱਥੇ ਉਹ ਪ੍ਰਧਾਨ ਹੋਏ, ਉਹ ਸੁਰਖਰੂ ਹੋਏ ਜਿਨ੍ਹਾਂ ਨੇ ਨਾਮ ਜਪਿਆ ਸੀ ਤੇ ਜੀਵਨ ਸਫਲਾ ਕੀਤਾ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੰਚੇ ਪਾਵਹਿ ਦਰਗਹਿ ਮਾਨ। ਹੁਣ ਇਹ ਜਿਹੜੇ ਨਾਮ ਜਪਣ ਵਾਲੇ ਸੀ, ਇਹਨਾਂ ਨੂੰ ਫਿਰ ਦਰਗਾਹ ਦੇ ਵਿੱਚ, ਰੱਬ ਦੇ ਘਰ ਦੇ ਵਿੱਚ, ਨਿੱਜ ਘਰ ਦੇ ਵਿੱਚ ਜਿਹੜਾ ਹੈ ਉੱਥੇ ਨਿਵਾਸ ਮਿਲਿਆ, ਮਾਨ ਮਿਲਿਆ। ਜਾਂ ਐਵੇਂ ਕਹਿ ਲਓ ਕਿ ਜਿਵੇਂ ਕੋਈ ਚੰਗਾ ਕਰਮ ਕਰਕੇ ਸੰਸਾਰ ਤੇ ਆਉਂਦਾ ਹੈ ਨਾ, ਕੋਈ ਵੀ ਇੱਥੇ ਵੀ ਅਸੀਂ ਦੇਖਦੇ ਕਿਸੇ ਨੇ ਚੰਗੇ ਕੰਮ ਕੀਤੇ ਤੇ ਅਸੀਂ ਉਹਨੂੰ ਬੁਲਾ ਕੇ ਸਰੋਪਾ ਦਿੰਦੇ ਆ। ਮਿਤ ਪੈਂਜੇ ਮਿਤ ਬਿਗਸੈ, ਪਹਿਰ ਸਿਰ ਪਾਓ ਭਗਤ। ਜਿਹੜਾ ਸਰੋਪਾ ਜਿਹੜਾ ਹੈ ਉਹ ਭਗਤਾਂ ਨੂੰ ਦਿੱਤਾ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੰਚੇ ਪਾਵੇ ਦਰਗਹਿ ਮਾਨ। ਦਰਗਾਹ ਦੇ ਵਿੱਚ ਮਾਨ ਕਿਹਨਾਂ ਨੂੰ ਮਿਲਿਆ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੰਚ ਨੂੰ ਮਿਲਿਆ। ਇਹਨਾਂ ਪੰਚਾਂ ਨੂੰ ਮਿਲਿਆ, ਇਹਨਾਂ ਸੰਤਾਂ ਨੂੰ ਮਿਲਿਆ ਹੈ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪੰਚੇ ਸੋਹੇ ਦਰ ਰਾਜਾਨ। ਹੁਣ ਇੱਥੇ ਜਿਹੜੇ ਟੀਕਾਕਾਰ ਨੇ ਉਹ ਅਰਥ ਇਵੇਂ ਕਰਦੇ ਆ ਕਿ ਜਿਹੜੇ ਪੰਚ ਨੇ, ਜਿਹੜੇ ਸੰਤ ਨੇ, ਉਹ ਉਹਨਾਂ ਨੂੰ ਰਾਜਿਆਂ ਦੇ ਦਰਬਾਰ ਦੇ ਵਿੱਚ ਵੀ ਮਾਨ ਮਿਲਿਆ ਹੈ। ਪਰ ਰਾਜੇ, ਹਰ ਰਾਜੇ ਦੇ ਦਰਬਾਰ ਦੇ ਵਿੱਚ ਮਾਨ ਨਹੀਂ ਸੰਤ ਨੂੰ ਮਿਲਿਆ। ਹਰ ਰਾਜੇ ਦੇ ਦਰਬਾਰ ਦੇ ਵਿੱਚ ਸੰਤ ਨੂੰ ਮਾਨ ਨਹੀਂ ਮਿਲਦਾ, ਕਿਉਂਕਿ ਜੇਕਰ ਸੰਤ ਰਾਜਾ ਧਰਮੀ ਨਹੀਂ ਤੇ ਫਿਰ ਉਹ ਸੰਤ ਨੂੰ ਮਾਨ ਨਹੀਂ ਦਿੰਦਾ, ਸੰਤ ਨੂੰ ਸਗੋਂ ਸੂਲੀ ਤੇ ਚਾੜਦਾ ਪਿਆ ਹੈ। ਸੰਤ ਨੂੰ ਸੂਲੀ ਤੇ ਚੜਦਾ। ਜੇਕਰ ਬਾਬਰ ਦੀ ਗੱਲ ਕਰਕੇ ਦੇਖੋ, ਬਾਬਰ ਰਾਜਾ ਹੈ ਤੇ ਗੁਰੂ ਨਾਨਕ ਤੋਂ ਵੱਡਾ ਸੰਤ ਕਿਹੜਾ ਹੋ ਸਕਦਾ? ਪਰ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਬਰ ਜੇਲ੍ਹ ਦੇ ਵਿੱਚ ਪਾ ਦਿੰਦਾ ਹੈ। ਜਹਾਂਗੀਰ ਬਾਦਸ਼ਾਹ ਜਿਹੜਾ ਹੈ ਉਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਉਂਦਾ ਪਿਆ ਹੈ। ਜਹਾਂਗੀਰ ਬਾਦਸ਼ਾਹ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਦਾ ਪਿਆ ਹੈ। ਔਰੰਗਜ਼ੇਬ ਬਾਦਸ਼ਾਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਦਾ ਪਿਆ ਹੈ। ਸਮੇਂ ਦਾ ਬਾਦਸ਼ਾਹ ਜਿਹੜਾ, ਰਾਜਾ ਜਿਹੜਾ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਲੜਾਈਆਂ ਕਰਦਾ ਪਿਆ। 22 ਧਾਰ ਦੇ ਜਿਹੜੇ ਰਾਜੇ ਸੀ ਉਹ ਵੀ ਸਾਰੇ ਤਾਂ ਰਾਜੇ ਹੀ ਆ ਨਾ। ਪੰਚੇ ਸੋਹੇ ਦਰ ਰਾਜਾਨ, ਕਿ ਰਾਜਿਆਂ ਦੇ ਦਰਬਾਰ 'ਚ ਸੰਤ ਸੋਭਦਾ ਪਿਆ ਹੈ, ਉਹਦੀ ਵਡਿਆਈ ਹੁੰਦੀ, ਉਹ ਮਾਨ ਮਿਲਦਾ ਹੈ। ਪਰ ਇੱਥੇ ਤੇ ਇਹ ਸਾਰੇ ਰਾਜੇ ਆ ਨਾ। ਭਗਤ ਕਬੀਰ ਸਾਹਿਬ ਜੀ ਨੂੰ ਸਿਕੰਦਰ ਲੋਧੀ ਜਿਹੜਾ ਸੀ ਉਹਨੇ ਹੱਥ ਬਣਾ ਦਿੱਤੇ, ਪੈਰ ਬੰਨ ਦਿੱਤੇ ਗਏ ਭਗਤ ਕਬੀਰ ਜੀ ਦੇ, ਤੇ ਹਾਥੀ ਦੇ ਅੱਗੇ ਸੁੱਟ ਦਿੱਤਾ। ਤੇ ਮੁਹਾਵਤ ਨੂੰ ਕਿਹਾ ਗਿਆ ਕਿ ਹਾਥੀ ਤੋਰ ਤੇ ਭਗਤ ਕਬੀਰ ਨੂੰ ਕੁਚਲ ਕੇ ਰੱਖ ਦੇ। ਪਰ ਹਾਥੀ ਜਿਹੜਾ ਸੀ ਉਹਦੇ ਅੰਦਰ ਹਿਰਦਾ ਜਾਗ ਗਿਆ, ਉਹਨੇ ਭਗਤ ਕਬੀਰ ਨੂੰ ਚੁੱਕਿਆ। ਉਹ ਪੋਟਲੀ ਬੰਨੀ ਵਾਂਗੂ ਭਗਤ ਕਬੀਰ ਸੀ ਤੇ ਉਹ ਪੋਟਲੀ ਨੂੰ ਚੁੱਕ ਕੇ ਆਪਦੇ ਮੱਥੇ ਤੇ ਬਾਰ-ਬਾਰ ਲਾਉਂਦਾ ਪਿਆ ਉਹ ਹਾਥੀ।
ਭਗਤ ਨਾਮਦੇਵ ਉਹਨਾਂ ਨੂੰ ਦਿੱਲੀ ਦਾ ਬਾਦਸ਼ਾਹ ਆਖਦਾ ਜਾਂ ਤੇ ਗਊ ਜਿੰਦਾ ਕਰਦੇ ਜਾਂ ਮੈਂ ਤੈਨੂੰ ਵੀ ਖਤਮ ਕਰ ਦਵਾਂਗਾ। ਦੇਖੋ ਸੰਤ ਨੂੰ ਮਾਨ ਕਿੱਥੇ ਮਿਲਦਾ ਪਿਆ। ਇਹਦੇ ਅਰਥ ਇਹ ਹੋਣਗੇ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਆਖਦੇ ਨੇ ਕਿ ਕੋ ਹਰ ਸਮਾਨ ਨਹੀਂ ਰਾਜਾ, ਉਹਦੇ ਤੋਂ ਵੱਡਾ ਕੋਈ ਰਾਜਾ ਕੋਈ ਨਹੀਂ। ਇੱਥੇ ਵਿਆਕਰਨ ਦੇ ਮੁਤਾਬਕ ਇੱਕ ਵਚਨ ਬਣਦਾ ਹੈ ਰਾਜਾਨ, ਭਾਵੇਂ ਪੜਨ ਵਿੱਚ ਲੱਗਦਾ ਹੈ ਨਾ ਕਿ ਬਹੁ ਵਚਨ, ਬਹੁਤੇ ਰਾਜਿਆਂ ਦੀ ਗੱਲ ਕੀਤੀ, ਪਰ ਨੰਨੇ ਨੂੰ ਜਦੋਂ ਰਾਜਾਨ, ਨੰਨੇ ਨੂੰ ਔਂਕੜ ਲੱਗੀ ਹੈ ਤੇ ਔਂਕੜ ਦਾ ਮਤਲਬ ਹੁੰਦਾ ਹੈ ਕਿ ਇੱਕ ਵਚਨ ਹੈ। ਭਾਵੇਂ ਰਾਜਾਨ ਲਿਖਿਆ ਪਰ ਇਹਦੇ ਅਰਥ ਹੈ ਰਾਜਾ। ਜਿਵੇਂ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਮਹਾਰਾਜ ਲਿਖਦੇ ਨੇ ਕਿ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਉੱਥੇ ਰਾਜਾਨ ਹੈ ਪਰ ਨੰਨੇ ਨੂੰ ਔਂਕੜ ਨਹੀਂ ਲੱਗਿਆ ਹੋਇਆ। ਉਹਦਾ ਮਤਲਬ ਕਿ ਜਿਹਨੇ ਰਾਜਿਆਂ ਨੂੰ ਜਨਮ ਦਿੱਤਾ ਉਹਨੂੰ ਕਿਉਂ ਮੰਦਾ ਆਖਦੇ, ਹੈ ਰਾਜਾਨ ਪਰ ਉਹਦੇ ਅਰਥ ਬਹੁਤੇ ਰਾਜੇ ਨੇ। ਇੱਥੇ ਰਾਜਾਨ ਜਿਹੜਾ ਹੈ ਇਹਦੇ ਅਰਥ ਹੈ ਰਾਜਾ। ਰਾਜਾਨ ਰਾਜ ਭਾਨਾਨ, ਭਾਨ ਦੇਵਾਨ ਦੇ ਉਪਮਾ ਮਹਾਨ, ਕਿ ਉਹਦੇ ਰੱਬ ਤੋਂ ਵੱਡਾ ਰਾਜਾ ਕਿਹੜਾ ਹੋ ਸਕਦਾ ਹੈ। ਕੂ ਹਰ ਸਮਾਨ ਨਹੀਂ ਰਾਜਾ। ਜਾਰਜ ਪੰਚਮ ਜਦੋਂ ਇੰਗਲੈਂਡ ਤੋਂ ਹਿੰਦੁਸਤਾਨ ਗਿਆ ਸੀ ਤੇ ਹਿੰਦੁਸਤਾਨ ਪਟਿਆਲੇ ਉਹ ਪਹੁੰਚਿਆ, ਬੜੇ ਉੱਥੇ ਜਿਹੜੇ ਸੀ ਰਾਜੇ ਮਹਾਰਾਜੇ ਵੀ ਇਕੱਠੇ ਹੋਏ, ਇੱਕ ਜਲੂਸ ਕੱਢਿਆ ਗਿਆ, ਇੱਕ ਪ੍ਰੇਅਰ ਕੀਤੀ ਗਈ। ਉੱਥੇ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਨੂੰ ਵੀ ਸੱਦਿਆ ਗਿਆ। ਉਹਨਾਂ ਕਿਹਾ ਜੀ ਜਾਰਜ ਪੰਚਮ ਬਾਦਸ਼ਾਹ ਹੈ ਤੇ ਇਹਦੀ ਵਡਿਆਈ ਦੇ ਵਿੱਚ ਕੋਈ ਸ਼ਬਦ ਪੜੋ, ਤੁਸੀਂ ਗੁਰਬਾਣੀ ਦੇ ਵਿੱਚੋਂ ਪੜ੍ਹ ਲਓ, ਤੁਸੀਂ ਸੰਤ ਹੋ। ਉੱਥੇ ਸੰਤ ਬਾਬਾ ਅਤਰ ਸਿੰਘ ਉਹਨਾਂ ਨੇ ਸ਼ਬਦ ਪੜਿਆ ਸੀ, ਕਹਿੰਦੇ ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਕਹਿੰਦੇ ਇਹ ਰਾਜਾ ਅੱਜ ਹੈ ਤੇ ਕੱਲ ਨੂੰ ਚਲੇ ਜਾਣਾ ਹੈ, ਅੱਜ ਹੈ ਤੇ ਕੱਲ ਨੂੰ ਚਲੇ ਜਾਏਗਾ। ਪਰ ਜਿਹੜੇ ਰਾਜੇ ਦੇ ਅਸੀਂ ਗੁਣ ਗਾਉਨੇ ਉਹ ਆਇਆ ਨਾ ਜਾਂਦਾ ਹੈ, ਉਹ ਹਮੇਸ਼ਾ ਰਹਿੰਦਾ ਹੈ। ਅਸੀਂ ਰੱਬ ਨੂੰ ਇਹ ਤਾਂ ਨਹੀਂ ਨਾ ਕਹਿੰਦੇ ਕਿ ਰੱਬ ਆ ਗਿਆ ਜਾਂ ਰੱਬ ਚਲੇ ਗਿਆ, ਜਾਂ ਕੱਲ ਸੀ ਅੱਜ ਨਹੀਂ ਹੈ, ਜਾਂ ਅੱਜ ਹੈ ਕੱਲ ਨਹੀਂ ਹੋਵੇਗਾ। ਪਰਮਾਤਮਾ ਤੇ ਉਹ ਐਵੇਂ ਹੈ ਕਿ ਉਹ ਸਦਾ ਸਲਾਮਤ ਹੈ, ਉਹ ਹਰ ਵੇਲੇ ਮੌਜੂਦ ਹੈ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਤ ਜਿਹੜੇ ਨੇ ਉਹ ਨਾਮ ਜਦੋਂ ਗਾਉਂਦੇ ਨੇ, ਸੁਹਦੇ ਨੇ, ਉਹ ਰੱਬ ਦੇ ਦਰ ਦੇ ਉੱਤੇ, ਉਹਦੇ ਘਰ ਦੇ ਵਿੱਚ, ਉਸ ਰਾਜਿਆਂ ਦੇ ਰਾਜੇ ਦੇ ਘਰ ਦੇ ਵਿੱਚ ਉਹਨਾਂ ਨੂੰ ਸ਼ੋਭਾ ਪ੍ਰਾਪਤ ਹੁੰਦੀ ਹੈ। ਪੰਚਾਂ ਕਾ ਗੁਰ ਏਕ ਧਿਆਨ। ਹੁਣ ਜਿਹੜੇ ਪੰਚ ਨੇ, ਜਿਹੜੇ ਸੰਤ ਨੇ, ਉਹਨਾਂ ਦਾ ਨਿਸ਼ਾਨਾ ਸੱਜੇ ਖੱਬੇ ਨਹੀਂ ਹੁੰਦਾ, ਬਸ ਧਿਆਨ ਕੇਂਦਰਿਤ ਹੁੰਦਾ ਹੈ ਕਿ ਅਸੀਂ ਗੁਰੂ ਵਾਲੇ ਪਾਸੇ ਜਾਣਾ, ਅਸੀਂ ਇੱਧਰ ਉੱਧਰ ਨਹੀਂ ਜਾਣਾ, ਇੱਧਰ ਉੱਧਰ ਭਟਕਣਾ ਨਹੀਂ ਹੈ। ਉਹ ਕੇਵਲ ਆਪਣੇ ਧਿਆਨ ਨੂੰ, ਆਪਣੀ ਸੁਰਤੀ ਨੂੰ ਇੱਕ ਜਗ੍ਹਾ ਤੇ ਇਕਾਗਰ ਰੱਖਦੇ ਹਨ। ਜੇ ਕੋ ਕਹੈ ਕਰੈ ਵਿਚਾਰ। ਹੁਣ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜੇਕਰ ਕੋਈ ਕਹੇ, ਕੋਈ ਆਖ ਲਵੇ, ਕੋਈ ਕਹਿਣ ਦਾ ਯਤਨ ਕਰੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਫਿਰ ਕਹੇ ਕਰੇ ਵਿਚਾਰ, ਵਿਚਾਰ ਕਰਕੇ ਦੇਖ ਲਵੇ। ਕਰਤੇ ਕਹਿ ਕਰਨੈ ਨਾਹੀ ਸ਼ੁਮਾਰ, ਕਿ ਰੱਬ ਨੇ ਜੋ ਕੀਤਾ ਹੋਇਆ ਹੈ, ਰੱਬ ਨੇ ਜੋ ਪੈਦਾ ਕਰ ਦਿੱਤਾ, ਰੱਬ ਨੇ ਜੋ ਸਾਜ ਦਿੱਤਾ ਹੈ, ਉਹਦਾ ਸ਼ੁਮਾਰ ਦੇ ਅਰਥ ਹੁੰਦੇ ਨੇ ਉਹਦਾ ਅੰਤ ਕੋਈ ਨਹੀਂ, ਉਹਦਾ ਲੇਖਾ ਜੋਖਾ ਕੋਈ ਨਹੀਂ ਕਰ ਸਕਦਾ। ਅੱਗੇ ਸੱਚੇ ਪਾਤਸ਼ਾਹ ਮਹਾਰਾਜ ਇੱਕ ਉਦਾਹਰਨ ਦੇ ਰਹੇ ਨੇ ਕਿ ਜੋ ਸਨਾਤਨ ਦੇ ਨਾਲ ਸੰਬੰਧਿਤ ਸੀ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਧੌਲ ਧਰਮ ਦਇਆ ਕਾ ਪੂਤ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ ਇਹਦੇ ਵੈਸੇ ਅਰਥ ਅੱਗੇ ਜਾ ਕੇ ਇਸ ਪੰਕਤੀ ਦੇ ਹੋਣੇ ਆ। ਮਹਾਰਾਜ ਕਹਿੰਦੇ ਨੇ ਜਿਹੜਾ ਇਸ ਧਰਤੀ ਨੂੰ ਜਿੰਨੇ ਥੰਮ ਕੇ ਰੱਖਿਆ ਹੈ ਨਾ, ਉਹ ਕੋਈ ਬਲਦ ਨਹੀਂ ਹੈ, ਉਹ ਧਰਮ ਹੈ। ਜਾਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਆਖੋ ਕਿ ਧਰਮ ਰੂਪੀ ਬਲਦ ਹੈ। ਧੌਲਾ ਬਲਦ ਕਿਹੜਾ ਹੈ? ਧਰਮ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦਣ ਅੰਮ੍ਰਿਤ ਸੰਚਾਰ ਕਰਦੇ ਆ 30 ਮਾਰਚ 1699 ਦੀ ਵਿਸਾਖੀ, ਦੇਖੋ ਇਹ ਸਾਰਾ ਕੁਝ ਇੱਕ ਦੂਜੇ ਨਾਲ ਅਰਥ ਆਪਣੇ ਆਪ ਬਾਣੀ ਜਾਂ ਇਤਿਹਾਸ ਕਰੀ ਜਾਂਦਾ ਹੈ। ਮਹਾਰਾਜ ਉਸ ਭਰੇ ਦੀਵਾਨ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਇੱਕ ਆਵਾਜ਼ ਦਿੰਦੇ ਨੇ ਕਿ ਕੋਈ ਹੈ ਸਿੱਖ ਕਾ ਬੇਟਾ ਜੋ ਸੀਸ ਕਰੇ ਬੇਟਾ। ਭਾਈ ਦਇਆ ਸਿੰਘ ਉੱਠਦੇ ਆ। ਭਾਈ ਦਇਆ ਸਿੰਘ ਸਭ ਤੋਂ ਪਹਿਲਾਂ ਉਹ ਉੱਠੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਦਇਆ ਸਿੰਘ, ਦਇਆ ਰਾਮ ਕਿੱਥੋਂ ਆਏ ਤੁਸੀਂ? ਕਹਿੰਦੇ ਮੈਂ ਲਾਹੌਰ ਤੋਂ ਆਇਆ। ਹੁਣ ਲਾਹੌਰ ਬਾਰੇ ਮਹਾਰਾਜ ਕਹਿੰਦੇ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਲਾਹੌਰ ਚ ਕਹਿਰ ਵਰਤਦਾ ਸੀ।
ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਦਇਆ ਉੱਥੋਂ ਆਈ ਜਿੱਥੇ ਕਹਿਰ ਵਰਤਦਾ ਸੀ, ਜਿੱਥੇ ਜ਼ੁਲਮ ਹੁੰਦਾ ਸੀ। ਇਹਦਾ ਮਤਲਬ ਕਿ ਧਰਮ ਬਚ ਸਕਦਾ ਹੈ ਅਜੇ ਵੀ। ਦੂਸਰੀ ਆਵਾਜ਼ ਜਿਹੜੀ ਸੀ ਮਹਾਰਾਜ ਨੇ ਦਿੱਤੀ, ਤੇ ਦੂਸਰੀ ਆਵਾਜ਼ ਤੇ ਭਾਈ ਧਰਮ ਸਿੰਘ ਉੱਠਦੇ ਆ। ਤੇ ਭਾਈ ਧਰਮ ਸਿੰਘ ਜਦੋਂ ਉੱਠੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਪੁੱਛਿਆ ਕਿੱਥੋਂ? ਹਸਤਨਾਪੁਰ ਵੈਸੇ ਕਹਿੰਦੇ ਦਿੱਲੀ ਤੋਂ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਮਦਾਸ ਜੀ ਕਿੱਥੋਂ ਆਏ? ਕਹਿੰਦੇ ਮਹਾਰਾਜ ਮੈਂ ਦਿੱਲੀ ਤੋਂ ਆਇਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਦਾ ਮਤਲਬ ਕਿ ਸਾਡੇ ਪਿਤਾ ਦਿੱਲੀ ਗਏ ਸੀ, ਉਹਨਾਂ ਨੇ ਧਰਮ ਦਾ ਉੱਥੇ ਬੂਟਾ ਲਾਇਆ ਤੇ ਧਰਮ ਦੇ ਬੂਟੇ ਦਾ ਫਲ ਧਰਮ ਸਿੰਘ ਹੈ। ਇਹ ਸੱਚੇ ਪਾਤਸ਼ਾਹ ਮਹਾਰਾਜ ਦੇਖੋ, ਪੰਡਤ ਗੁਲਾਬ ਸਿੰਘ ਹੋਏ ਨੇ ਇੱਕ ਵਿਦਵਾਨ, ਉਹਨਾਂ ਨੇ ਗ੍ਰੰਥ ਲਿਖਿਆ ਸਾਰ ਕੁਤਾਵਲੀ। ਉਹ ਸਾਰ ਕੁਤਾਵਲੀ ਦੇ ਵਿੱਚ ਪੰਡਤ ਗੁਲਾਬ ਸਿੰਘ ਜੀ ਲਿਖਦੇ ਨੇ, ਦਇਆ ਦਾਨ ਕਰ ਧਰਮ ਵਧੇ ਨਿਤ, ਧਰਮ ਕ੍ਰੋਧ ਸੰਗ ਹੋਤ ਵਿਭੰਗਾ। ਕਹਿੰਦੇ ਨੇ ਧਰਮ ਜਿਹੜਾ ਹੈ ਨਾ ਉਹ ਦਇਆ ਦੇ ਵਿੱਚੋਂ ਪੈਦਾ ਹੁੰਦਾ ਹੈ। ਤੇ ਮਹਾਰਾਜ ਇਹੀ ਕਹਿੰਦੇ ਪਏ ਨੇ, ਧੌਲ ਧਰਮ ਦਇਆ ਕਾ ਪੂਤ। ਦਇਆ ਦੇ ਵਿੱਚੋਂ ਧਰਮ ਪੈਦਾ ਹੋਇਆ। ਜਿਹੜੇ ਧਰਮ ਨੇ ਇਹ ਧਰਤੀ ਜਿਹੜੀ ਸੀ ਉਹਨੂੰ ਥੰਮ ਕੇ ਰੱਖਿਆ ਹੈ ਨਾ। ਲੋਕ ਭਾਵੇਂ ਕਹਿੰਦੇ ਸੀ ਕਿ ਬਲਦ ਨੇ ਚੁੱਕੀ, ਮਹਾਰਾਜ ਕਹਿੰਦੇ ਨੇ ਧਰਮ ਨੇ ਚੁੱਕੀ ਹੋਈ ਆ। ਤੇ ਧਰਮ ਕਿੱਥੋਂ ਪੈਦਾ ਹੋਇਆ? ਮਹਾਰਾਜ ਕਹਿੰਦੇ ਧਰਮ ਦਇਆ ਚੋਂ ਪੈਦਾ ਹੁੰਦਾ। ਦਇਆ ਕਿਹਨੇ ਕੀਤੀ? ਕਹਿੰਦੇ ਉਸ ਰੱਬ ਦੀ ਦਇਆ ਸੀ, ਉਹਨੇ ਤਰਸ ਸਾਡੇ ਤੇ ਕੀਤਾ, ਉਹਨੇ ਧਰਮ ਪੈਦਾ ਕਰ ਦਿੱਤਾ ਤੇ ਧਰਮ ਜਿਹੜਾ ਸੀ ਉਹਨੂੰ ਸੰਤੋਖ ਦੇ ਨਾਲ ਬੰਨ ਕੇ ਰੱਖ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਸੂਤਰ ਦੇ ਨਾਲ ਕਈ ਚੀਜ਼ਾਂ ਬਣਦੇ ਆ ਨਾ ਕਿ ਬਰਾਬਰ ਰਵੇ, ਢਿੱਲੇ ਜੁੱਲੇ ਨਾ। ਕੰਧ ਬਣਾਉਣ ਲੱਗਿਆ ਵੀ ਮਿਸਤਰੀ ਸੂਤਰ ਲਾ ਦਿੰਦੇ ਕਿ ਅੱਗੇ ਪਿੱਛੇ ਨਾ ਹੋਵੇ। ਧਰਮ ਨੂੰ ਤਰਤੀਬ ਜਿਹੜੀ ਸੀ ਉਹ ਸਬਰ ਨਾਲ ਦਿੱਤੀ ਗਈ। ਧਰਮ ਸਬਰ ਦੇ ਨਾਲ ਹੀ ਜਿੱਤਿਆ ਜਾ ਸਕਦਾ ਹੈ। ਜਿਹੜੇ ਬੇਸਬਰੇ ਬੰਦੇ ਨੇ ਉਹ ਧਰਮ ਦਾ ਨੁਕਸਾਨ ਕਰਦੇ ਪਏ ਨੇ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਬਰ ਆ ਨਾ ਕਿ ਤਤੀ ਤਵੀ ਤੇ ਵੀ ਬੈਠ ਕੇ ਉਹ ਠੰਡੇ ਨੇ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਬਰ ਆ ਨਾ ਕਿ ਸੱਚੇ ਪਾਤਸ਼ਾਹ ਮਹਾਰਾਜ ਚਾਂਦਨੀ ਚੌਂਕ 'ਚ ਕਿਸੇ ਦੂਜੇ ਦਾ ਧਰਮ ਬਚਾਉਣ ਵਾਸਤੇ ਜਾਂਦੇ ਪਏ ਨੇ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਸਬਰ ਆ ਕਿ ਚੀਹਾਂ ਸ਼ੁੱਧ ਚੋਂ ਬਚੀਆਂ ਕੁਛ ਤੇ ਚਾਰ, ਕਿ ਬਾਕੀ ਬਿਮਾਰ ਦਸਤ ਪੇਚੀ ਦਾ ਮਾਰ। ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਬਰ ਆ ਕਿ ਮਹਾਰਾਜ 4 ਪੁੱਤ ਸ਼ਹੀਦ ਕਰਾ ਕੇ ਵੀ ਆਖਦੇ ਨੇ ਕਿ ਕੀ ਹੋਇਆ ਜੇ ਮੇਰੇ ਤੋਂ 4 ਪੁੱਤਰ ਮਾਰ ਦਿੱਤੇ, ਮੇਰਾ ਜੇ ਖਾਲਸਾ ਜਿਉਂਦਾ ਪਿਆ ਹੈ, ਮੇਰਾ ਖਾਲਸਾ ਪੁੱਤ ਅਜੇ ਜਿਉਂਦਾ ਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਤੋਖ ਨੇ ਜਿਹੜਾ ਸੀ ਇਹ ਸੂਤਰ ਦੇ ਨਾਲ ਜਿਹੜਾ ਸੀ ਇਸ ਧਰਤੀ ਨੂੰ ਥਾਪ ਕੇ ਰੱਖਿਆ ਹੋਇਆ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕੋ ਬੁੱਝੈ ਹੋਵੇ ਸਚਿਆਰ। ਸਚਿਆਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਦੇ ਸਚਿਆਰ ਦੇ ਅਰਥ ਹੁੰਦੇ ਨੇ ਪ੍ਰਕਾਸ਼ ਅੰਦਰ ਹੋ ਗਿਆ। ਮਹਾਰਾਜ ਕਹਿੰਦੇ ਆ ਉੱਪਰ ਜਿਹੜੀ ਗੱਲਾਂ ਦੱਸੀਆਂ ਨਾ ਮਹਾਰਾਜ ਨੇ, ਉੱਪਰ ਵਿਚਾਰਾਂ ਦਿੱਤੀਆਂ ਸ਼ਬਦ ਦੇ ਵਿੱਚ, ਮਹਾਰਾਜ ਕਹਿੰਦੇ ਜੇ ਕੋ ਬੁੱਝੇ, ਉੱਪਰਲੀ ਵਿਚਾਰ ਨੂੰ ਕੋਈ ਜਾਣ ਲਵੇ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਹੋਵੇ ਸਚਿਆਰ, ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਅੰਦਰ ਚਾਨਣਾ ਹੁੰਦਾ ਹੈ। ਧਵਲੇ ਉੱਪਰ ਕੀਤਾ ਭਾਰ। ਤੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਪਤਾ ਲੱਗਦਾ ਹੈ ਕਿ ਇਹ ਬਲਦ ਨਹੀਂ। ਜੇ ਬਲਦ ਹੋਵੇ ਤਾਂ ਦੇਖੋ ਆ ਕੱਲਾ ਇੰਗਲੈਂਡ ਹੀ ਦੇਖ ਲਓ ਕਿੰਨਾ ਭਾਰਾ ਹੋਏਗਾ, ਫਿਰ ਬਾਕੀ ਦੀਪ ਸਮੂਹ ਨੇ, ਧਰਤੀ ਹੈ, ਫਿਰ ਸਮੁੰਦਰ ਨੇ, ਬਨਸਪਤੀ ਨੇ, ਕਿੰਨੇ ਜੀਵ ਜੰਤ ਉੱਤੇ ਰਹਿੰਦੇ ਪਏ ਨੇ। ਧਰਤੀ ਦਾ ਭਾਰ ਕਿੰਨਾ ਹੋਵੇਗਾ ਤੇ ਕਿਹੜਾ ਬਲਦ ਹੈ ਜਿਹੜਾ ਇੰਨਾ ਭਾਰ ਚੁੱਕ ਸਕਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਹੜੇ ਢੱਗੇ ਦੀ ਗੱਲ ਕਰਦਾ ਕਿ ਉਹਨੇ ਸਿਰ ਤੇ ਚੁੱਕ ਲਿਆ, ਧਵਲੇ ਉੱਪਰ ਕੀਤਾ ਭਾਰ। ਮਹਾਰਾਜ ਕਹਿੰਦੇ ਇਹ ਵਿਚਾਰ ਉਹ ਜਾਣ ਸਕਦਾ ਜਿਹੜਾ ਅੰਦਰੋਂ ਜਾਗ ਗਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਅੱਗੇ ਕਿਰਪਾ ਕੀਤੀ, ਧਰਤੀ ਹੋਰ ਪਰੈ ਹੋਰ ਹੋਰ। ਮਹਾਰਾਜ ਕਹਿੰਦੇ ਇੱਥੇ ਅਸਲ ਦੇ ਵਿੱਚ ਨਾ ਇੱਕ ਉਥਾਨਕਾ ਬਣਦੀ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਵਿੱਚ ਚਰਚਾਵਾਂ ਬਹੁਤ ਹੋਈਆਂ, ਹਰ ਥਾਂ ਤੇ ਚਰਚਾ ਹੋਈ। ਕਿਸੇ ਨੇ ਸਵਾਲ ਗੁਰੂ ਨਾਨਕ ਨੂੰ ਕੀਤਾ ਤੇ ਗੁਰੂ ਨਾਨਕ ਦਾ ਇਹ ਢੰਗ ਸੀ, ਇਹ ਮੈਥਡ ਸੀ ਲੋਕਾਂ ਨੂੰ ਪ੍ਰੇਰਨ ਦਾ ਜਾਂ ਲੋਕਾਂ ਨੂੰ ਸਹੀ ਮਾਰਗ ਤੇ ਤੋਰਨ ਦਾ। ਮਹਾਰਾਜ ਜਾਂ ਤੇ ਕੋਈ ਐਵੇਂ ਦਾ ਕੰਮ ਕਰਦੇ ਸੀ ਕਿ ਲੋਕੀ ਆ ਕੇ ਸਵਾਲ ਕਰਦੇ ਸੀ ਕਿ ਆ ਕਿਉਂ ਕਰਦੇ ਪਏ ਹੋ, ਜਾਂ ਮਹਾਰਾਜ ਸਵਾਲ ਕਰਦੇ ਪਏ ਨੇ ਕਿ ਆ ਜੋ ਤੁਸੀਂ ਕਰਦੇ ਹੋ ਇਹਦਾ ਕਰਨ ਦਾ ਕੀ ਮਤਲਬ ਹੈ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਹਰਿਦੁਆਰ ਗਏ ਆ ਤੇ ਹਰਿਦੁਆਰ ਉਹ ਸਾਰੇ ਜਾਣੇ ਜਿਹੜੇ ਸੀ ਉਹਨਾਂ ਨੇ ਬੁੱਕ ਭਰਨੀ ਤੇ ਸੂਰਜ ਨੂੰ ਪਾਣੀ ਦੇਈ ਜਾਣਾ। ਬੁੱਕ ਭਰਨ ਤੇ ਸੂਰਜ ਨੂੰ ਦੇਈ ਜਾਣ, ਚੜ੍ਹਦੇ ਵਾਲੇ ਪਾਸੇ ਸੂਰਜ ਨੂੰ ਪਾਣੀ ਦੇਈ ਜਾਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਬੁੱਕ ਭਰੀ ਤੇ ਲਹਿੰਦੇ ਵਾਲੇ ਪਾਸੇ ਨੂੰ ਪਾਣੀ ਪਾਉਣਾ ਸ਼ੁਰੂ ਕਰਤਾ।
ਇਹ ਕਿਉਂ ਕੀਤਾ ਕਿ ਮੈਨੂੰ ਪੁੱਛਣਗੇ ਨਾ ਕਿ ਤੁਸੀਂ ਇੱਧਰ ਪਾਣੀ ਕਿਉਂ ਦਿੰਦੇ ਪਏ ਹੋ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਪਾਣੀ ਲਹਿੰਦੇ ਵਾਲੇ ਪਾਸੇ ਦਿੱਤਾ ਨਾ, ਤੇ ਸੁਭਾਵਿਕ ਗੱਲ ਸੀ, ਪਹਿਲੋਂ ਤੋਂ ਹੱਸੇ ਕਿ ਇਹਨੂੰ ਪਤਾ ਨਹੀਂ ਲੱਗਦਾ ਕਿ ਪਾਣੀ ਤੇ ਸੂਰਜ ਨੂੰ ਦੇਈਦਾ ਹੈ। ਸੂਰਜ ਨੂੰ ਇਸ ਕਰਕੇ ਦੇਣੇ ਕਿ ਸੂਰਜ ਤੋਂ ਪਹਿਲਾਂ ਪਿੱਤਰ ਲੋਕ ਨੇ ਤੇ ਪਾਣੀ ਉਹਨਾਂ ਤੱਕ ਪਹੁੰਚ ਸਕੇ। ਮਹਾਰਾਜ ਨੂੰ ਕਹਿੰਦੇ ਨੇ ਕਿ ਭਈ ਆ ਕੀ ਕਰਦਾ ਹੈ, ਪਾਣੀ ਕਿਹੜੇ ਪਾਸੇ ਦੇ ਰਿਹਾ ਹੈ? ਪਿੱਤਰ ਲੋਕ ਤਾਂ ਸੂਰਜ ਵਾਲੇ ਪਾਸੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਤੁਸੀਂ ਇੱਧਰ ਕਿਉਂ ਦਿੰਦੇ? ਕਹਿੰਦੇ ਪਿੱਤਰਾਂ ਨੂੰ ਪਾਣੀ ਪਿਆਉਂਦੇ ਪਏ ਹੋ, ਉਹ ਧਿਆਏ ਹੋਣਗੇ, ਪਿਆਸੇ ਹੋਣਗੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਖੇਤ ਸੁੱਕਦੇ ਪਏ ਨੇ ਤਲਵੰਡੀ ਦੇ ਅੰਦਰ। ਮਹਾਰਾਜ ਕਹਿੰਦੇ ਮੈਂ ਉਹ ਖੇਤਾਂ ਨੂੰ ਪਾਣੀ ਦੇਣਾ ਹੈ। ਉਹ ਕਹਿੰਦੇ ਤੁਹਾਡਾ ਪਾਣੀ ਪਹੁੰਚ ਜੂ ਕਰਤਾਰਪੁਰ, ਨਨਕਾਣੇ ਦੀ ਧਰਤੀ ਤੇ ਤਲਵੰਡੀ ਦੀ ਧਰਤੀ ਤੇ ਪਾਣੀ ਪਹੁੰਚੇਗਾ? ਮਹਾਰਾਜ ਕਹਿੰਦੇ ਇਹ ਤਾਂ ਸੈਂਕੜੇ ਕਿਲੋਮੀਟਰ ਦੂਰ ਹੋਵੇਗੀ, ਤੁਹਾਡਾ ਜਿਹੜਾ ਪਿੱਤਰ ਲੋਕ ਉਹ ਤੇ ਹਜ਼ਾਰਾਂ ਖਰਬਾਂ ਕਿਲੋਮੀਟਰ ਦੂਰ ਹੈ, ਉੱਥੇ ਪਾਣੀ ਪਹੁੰਚ ਜਾਏਗਾ ਤੇ ਮੇਰੀ ਪੰਜਾਬ ਦੀ ਧਰਤੀ ਤੇ ਵੀ ਪਾਣੀ ਜ਼ਰੂਰ ਪਹੁੰਚੇਗਾ। ਦੂਸਰਾ ਇੱਥੇ ਲੌਜਿਕ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕਿ ਜਿਹੜਾ ਚੜ੍ਹਦਾ ਹੋਵੇ, ਜਿਹਨੂੰ ਬਹੁਤ ਪ੍ਰਸਿੱਧੀ ਮਿਲਦੀ ਹੋਵੇ, ਬਹੁਤ ਸੁੱਖ ਦੇ ਸਾਧਨ ਹੋਵਨ, ਉਹਦੇ ਵਾਲੇ ਪਾਸੇ ਤਾਂ ਹਰ ਕੋਈ ਦੌੜੇਗਾ। ਇਹ ਗੁਰੂ ਨਾਨਕ ਦਾ ਸੁਭਾਅ ਸੀ ਕਿ ਉਹ ਲਹਿੰਦਿਆਂ ਵਾਲੇ ਪਾਸੇ ਵੀ ਗਿਆ। ਜਿਹੜੇ ਨੀਵੇਂ ਸੀ, ਜਿਹੜੇ ਨਿਮਾਣੇ ਸੀ, ਜਿਨ੍ਹਾਂ ਨੂੰ ਲੋਕ ਨੀਚ ਆਖਦੇ ਸੀ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨੇ ਤਿੱਥੇ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਦੇ ਮਹਾਰਾਜ ਲਹਿੰਦਿਆਂ ਨੂੰ ਤਾਂ ਚੁੱਕਿਆ ਹੈ, ਡਿੱਗਿਆਂ ਨੂੰ ਤਾਂ ਚੁੱਕਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਇੱਥੇ ਮਹਾਰਾਜ ਪਾਤਸ਼ਾਹ ਜੀ ਦੀ ਇੱਕ ਗੋਸ਼ਟ ਹੁੰਦੀ ਹੈ ਹਿੰਦੂ ਧਰਮ ਦੇ ਪੰਡਤਾਂ ਦੇ ਨਾਲ। ਉਹ ਕਹਿੰਦੇ ਨੇ ਕਿ ਇਹ ਜਿਹੜੀ ਧਰਤੀ ਆ ਨਾ ਜੀ, ਇਸ ਧਰਤੀ ਦੇ ਥੱਲੇ ਇੱਕ ਬਲਦ ਹੈ, ਬਲਦ ਧੌਲਾ ਬਰਦ ਹੈ ਚਿੱਟੇ ਰੰਗ ਦਾ। ਉਹਨੇ ਜਿਹੜੀ ਧਰਤੀ ਆ ਨਾ ਆਪਣੇ ਇੱਕ ਸਿੰਗ ਤੇ ਰੱਖੀ ਹੋਈ ਆ, ਤੇ ਜਦੋਂ ਥੱਕ ਜਾਂਦਾ ਹੈ ਉਹ ਦੂਜੇ ਸਿੰਗ ਤੇ ਧਰਤੀ ਨੂੰ ਚੁੱਕ ਲੈਂਦਾ ਹੈ। ਜਦੋਂ ਦੂਜੇ ਸਿੰਘ ਤੇ ਚੁੱਕਦਾ ਹੈ ਤੇ ਧਰਤੀ ਹਿੱਲਦੀ ਹੈ ਤੇ ਭੁਚਾਲ ਵੀ ਆ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਚਲੋ ਮੰਨ ਲਿਆ ਕਿ ਬਲਦ ਨੇ ਚੁੱਕੀ ਏ, ਇਹ ਦੱਸੋ ਕਿ ਬਲਦ ਕਿੱਥੇ ਖੜਾ ਹੈ? ਹੁਣ ਗੱਲ ਤੇ ਇਹ ਸੀ ਨਾ, ਗੁਰੂ ਨਾਨਕ ਉਹ ਸ਼ਦਾਈਆਂ ਕਮਲਿਆਂ ਵਾਂਗੂ, ਲੋਕਾਂ ਵਾਂਗੂ ਥੋੜਾ ਕਿ ਜੋ ਕਿਸੇ ਨੇ ਕਹਿਤਾ ਤੇ ਮਹਾਰਾਜ ਨੇ ਮੰਨ ਲਿਆ। ਮਹਾਰਾਜ ਕਹਿੰਦੇ ਨੇ ਕਿ ਇਹ ਦੱਸੋ ਬਲਦ ਕਿੱਥੇ ਖਲੋਤਾ ਹੈ? ਪੰਡਤ ਨੂੰ ਪਹਿਲੀ ਵਾਰੀ ਕਿਸੇ ਨੇ ਐਸਾ ਸਵਾਲ ਪੁੱਛਿਆ ਸੀ, ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਜਨੇਊ ਹਰ ਕੋਈ ਪਵਾ ਲੈਂਦਾ ਸੀ ਨਾ, ਡਰਦਾ ਹੀ ਨਹੀਂ ਪੰਡਤ ਨੂੰ ਪੁੱਛਦਾ ਕਿ ਜਨੇਊ ਕਿਉਂ ਪਾਉਣਾ ਚਾਹੀਦਾ, ਕਾਦੇ ਲਈ ਪਾਉਣਾ, ਕੌਣ ਪਾ ਸਕਦਾ ਹੈ। ਪਰ ਮਹਾਰਾਜ ਨੇ ਪੰਡਤ ਹਰਦਿਆਲ ਦਾ ਹੱਥ ਫੜ ਕੇ ਕਿਹਾ ਸੀ, ਨਹੀਂ ਜਨੇਊ ਤੇ ਪਾ ਲਵਾਂਗੇ, ਪਾਉਣਾ ਕਿਉਂ ਹੈ ਇਹ ਦੱਸੋ, ਕਾਦੇ ਲਈ ਪਾਈਦਾ ਹੈ, ਕੌਣ ਪਾਉਂਦਾ ਹੈ? ਮਹਾਰਾਜ ਸਵਾਲ ਖੜਾ ਕਰਦੇ ਪਏ ਆ। ਇੱਥੇ ਮਹਾਰਾਜ ਕਹਿੰਦੇ ਇਹ ਦੱਸੋ ਕਿ ਬਲਦ ਕਿੱਥੇ ਖਲੋਤਾ ਹੈ? ਪੰਡਤ ਹੈਰਾਨ ਸੀ, ਕਹਿੰਦਾ ਅੱਜ ਸਵਾਲ ਕਿਸੇ ਨੇ ਕਰ ਦਿੱਤਾ। ਉਹਨੇ ਹੁਣ ਜਾਨ ਬਚਾਈ, ਉਹ ਕਹਿੰਦਾ ਜੀ ਬਲਦ ਦੇ ਥੱਲੇ ਵੀ ਧਰਤੀ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਧਰਤੀ ਫਿਰ ਕਿੰਨੇ ਚੁੱਕੀ ਹੈ? ਉਹ ਕਹਿੰਦੇ ਜੀ ਉਹਦੇ ਥੱਲੇ ਬਲਦ ਆ। ਮਹਾਰਾਜ ਕਹਿੰਦੇ ਉਹ ਬਲਦ ਥੱਲੇ ਕੀ? ਕਹਿੰਦਾ ਜੀ ਧਰਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਧਰਤੀ ਹੋਰ ਪਰੇ ਹੋਰ ਹੋਰ, ਤੂੰ ਕਹੀ ਜਾਨਾ ਧਰਤੀ, ਧਰਤੀ ਥੱਲੇ ਬਲਦ, ਫਿਰ ਧਰਤੀ, ਫਿਰ ਬਲਦ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਦੱਸ ਕਿ ਅਖੀਰ ਤੇ ਧਰਤੀ ਆ ਕੇ ਬਲਦ ਆ? ਕਹਿੰਦਾ ਜੀ ਧਰਤੀ ਆ। ਤੇ ਮਹਾਰਾਜ ਕਹਿੰਦੇ ਫਿਰ ਕਿੰਦੇ ਆਸਰੇ ਤੇ ਖਲੋਤੀ? ਕਹਿੰਦੇ ਜੀ ਧਰਮ ਦੇ ਆਸਰੇ ਤੇ। ਤੇ ਮਹਾਰਾਜ ਕਹਿੰਦੇ ਜਦੋਂ ਧਰਤੀ ਜਿਹੜੀ ਆ ਉਹ ਧਰਮ ਦੇ ਆਸਰੇ ਤੇ ਖਲੋਤੀ, ਤੇ ਬਲਦ ਕਿੱਧਰ ਵਾੜੀ ਬੈਠਾ ਵਿੱਚ? ਕਿਉਂ ਲੋਕਾਂ ਨੂੰ ਮੂਰਖ ਬਣਾਉਂਦਾ ਪਿਆ? ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਆ ਧਰਤੀ ਹੋਰ ਪਰੇ ਹੋਰ ਹੋਰ, ਤਿਸਤੇ ਭਾਰ ਤਲੇ ਕਮਨ ਜੋਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧਰਤੀ ਨੂੰ ਆਸਰਾ ਧਰਮ ਨੇ ਦੇ ਕੇ ਖਿਲਾਰਿਆ ਹੈ। ਅੱਗੇ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਜੀ ਜਾਤ ਰੰਗਾਂ ਕੇ ਨਾਮ। ਮਹਾਰਾਜ ਕਹਿੰਦੇ ਨੇ ਜੀਵ ਜੰਤ ਜਿੰਨੇ ਵੀ ਇਥੇ ਅਸੀਂ ਦੇਖਦੇ ਆ ਨਾ, ਇਹ ਵੱਖਰੀਆਂ ਵੱਖਰੀਆਂ ਜਾਤਾਂ ਦੇ ਨੇ, ਵੱਖਰੀਆਂ ਵੱਖਰੀਆਂ ਨਸਲਾਂ ਦੇ ਨੇ, ਵੱਖਰੇ ਵੱਖਰੇ ਰੰਗ ਰੂਪ ਨੇ ਇਹਨਾਂ ਦੇ। ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਊੜੀ ਕਲਾਮ। ਊੜੀ ਕਲਾਮ ਜਿਹੜਾ ਹੁੰਦਾ ਨਾ, ਇਹ ਹੁੰਦੀ ਇੱਕ ਕਲਮ ਆ। ਇੱਕ ਪੰਜਾਬ ਦੇ ਵਿੱਚ ਤੇ ਚਲੋ ਐਵੇਂ ਕਰਦੇ ਨੇ, ਅੱਜ ਵੀ ਲੋਕੀ ਕਰਨ ਲੱਗ ਪਏ। ਜਦੋਂ ਕਿਸੇ ਦਾ ਸੰਸਕਾਰ ਕਰਦੇ ਆ ਨਾ, ਤੇ ਉਹ ਜਦੋਂ ਸਿਵਾ ਫੋਲਦੇ, ਹਾਲਾਂਕਿ ਰਹਿਤ ਮਰਿਆਦਾ ਕਹਿੰਦੀ ਹੈ ਕਿ ਫੁੱਲ ਨਹੀਂ ਚੁਗਨੇ, ਕੱਲੀ ਕੱਲੀ ਹੱਡੀ ਨਹੀਂ ਇਕੱਠੀ ਕਰਨੀ, ਸਾਰਾ ਸਿਵਾ ਇਕੱਠਾ ਕਰਕੇ ਤੇ ਵਗਦੇ ਪਾਣੀ ਚ ਪਾ ਦਿਓ ਜਾਂ ਉਹਨੂੰ ਦੱਬ ਦਿਓ, ਇਹ ਰਹਿਤ ਮਰਿਆਦਾ ਹੈ। ਜਦੋਂ ਲੋਕੀ ਕੀ ਕਰਦੇ ਸੀ ਕਿ ਉਹ ਜਦੋਂ ਫੁੱਲ ਚੁਗਨੇ, ਉਹਦੇ ਵਿੱਚੋਂ ਸਿਰ ਵਾਲੀ ਆ ਮੱਥੇ ਵਾਲੀ ਹੱਡੀ ਲੱਭਣੀ ਉਹਦੇ ਵਿੱਚੋਂ, ਤੇ ਉਹ ਮੱਥੇ ਦੀ ਹੱਡੀ ਲੱਭ ਕੇ ਤੇ ਉਹਦੇ ਤੇ ਏਦਾਂ ਕੁਝ ਲੀਕਾਂ ਜਿਹੀਆਂ ਬਣੀਆਂ ਹੁੰਦੀਆਂ ਸੀ। ਕਹਿੰਦੇ ਜੀ ਆ ਮੱਥੇ ਦੇ ਲੇਖ ਆ, ਸਿਰਕੇ ਲੇਖ ਨਾ ਪੜੇ ਇਹ ਆਨਾ। ਪਰ ਪੜੇ ਕੌਣ ਹੋਣ? ਉਹਨੂੰ ਕਹਿੰਦੇ ਉਹ ਪੜ ਸਕਦਾ ਜਿੰਨੇ ਲੇਖ ਲਿਖੇ ਹੋਏ ਨੇ।
ਹੁਣ ਸੱਚੇ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਨੇ, ਸਭਨਾ ਲਿਖਿਆ ਵੜੀ ਕਲਾਮ, ਜੀਵ ਜੰਤ ਪਸ਼ੂ ਪੰਛੀ ਰੰਗਾਂ ਦੇ ਜਿਨਸਾਂ ਦੇ ਜਾਤਾਂ ਦੇ ਹਰ ਇੱਕ ਦੇ ਮੱਥੇ ਦੇ ਉੱਪਰ ਜਿਹੜਾ ਹੈ, ਹਰ ਇੱਕ ਦੇ ਜੀਵਨ ਦੇ ਉੱਪਰ ਇੱਕ ਲਗਾਤਾਰ ਕਲਮ ਜਿਹੜੀ ਲਿਖਦੀ ਪਈ ਹੈ ਉਹ ਵੜੀ ਕਲਾਮ, ਇੱਕ ਰਸ ਲਗਾਤਾਰ ਚੱਲਦੀ ਪਈ ਕਲਮ ਲਿਖ ਰਹੀ ਹੈ। ਇਹ ਲੇਖਾ ਲਿਖ ਜਾਣੇ ਕੋਏ, ਕਹਿੰਦੇ ਨੇ ਉਸ ਦਾ ਲੇਖਾ ਜਿਹੜਾ ਹੈ ਉਹ ਕੌਣ ਜਾਣ ਸਕਦਾ ਹੈ? ਕੋਈ ਜਾਣ ਸਕਦਾ ਹੈ, ਪਰ ਜਿਹੜਾ ਜਾਣਦਾ ਹੁੰਦਾ ਉਹ ਕਹਿੰਦਾ ਨਹੀਂ ਹੁੰਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਜਿਵੇਂ ਗੂੰਗਾ ਗੁੜ ਖਾ ਲੇ ਤੇ ਉਹ ਸਵਾਦ ਪੁੱਛੋ ਨਾ ਕਿਵੇਂ ਦਾ ਹੈ, ਉਹ ਕਹੇਗਾ ਸਿਰ ਲਾਏਗਾ ਪਰ ਦੱਸੇਗਾ ਨਹੀਂ ਕਿ ਕਿਵੇਂ ਦਾ ਸੀ। ਜਿਹੜੇ ਪਾ ਲੈਂਦੇ ਆ ਨਾ ਉਹ ਦੱਸਦੇ ਨਹੀਂ ਕਿ ਕਿਵੇਂ ਦਾ, ਉਹ ਦਾਅਵੇ ਨਹੀਂ ਫਿਰ ਕਰਦੇ ਕਿ ਮੈਂ ਦੱਸ ਦਿੰਨਾ ਕਿ ਕਿਵੇਂ ਦਾ ਹੈ। ਮਹਾਰਾਜ ਕਹਿੰਦੇ ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕਿਹੜਾ ਜਿਹੜਾ ਉਸ ਲੇਖੇ ਨੂੰ ਦੱਸ ਸਕਦਾ ਹੈ? ਕਹਿੰਦੇ ਅੰਦਰ ਸਮਰੱਥਾ ਜੇਕਰ ਹੈ ਉਹ ਵੀ ਨਹੀਂ ਲਿਖਦਾ ਪਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਕੀਤਾ ਤਾਨ ਸਵਾਲੇ ਹੋ ਰੂਪ, ਮਹਾਰਾਜ ਕਹਿੰਦੇ ਉਹ ਪਰਮਾਤਮਾ ਦੀ ਤਾਨ, ਉਹਦੀ ਤਾਕਤ ਕਿੰਨੀ, ਤਾਨ ਦੇ ਅਰਥ ਹੁੰਦੇ ਨੇ ਤਾਕਤ, ਉਹਦਾ ਸੁਹੱਪਨ ਕੈਸਾ ਹੈ। ਕੀਤੀ ਦਾਤ ਜਾਣੇ ਕੌਣ ਕੂਤ, ਕੀਤੀ ਦਾਤ ਤੇ ਵਿਸ਼ਰਾਮ ਆ, ਜਾਣੇ ਕੌਣ ਕੂਤ, ਕੂਤ ਦੇ ਅਰਥ ਹੁੰਦੇ ਨੇ ਮਿਣ ਲੈਣਾ। ਤਿੰਨ ਚੀਜ਼ਾਂ ਹੀ ਹੁੰਦੀਆਂ ਨਾ, ਜਾਂ ਤੇ ਗਿਣ ਲੋ, ਜਾਂ ਮਿਣ ਲੋ, ਤੇ ਜਾਂ ਤੋਲ ਲੋ। ਕੱਪੜਾ ਮਿਣ ਕੇ ਲੈ ਲੈਨੇ ਆ, ਸਬਜੀ ਭਾਜੀ ਅਸੀਂ ਤੋਲ ਲੈਨੇ ਆ, ਪੈਸੇ ਕਿਸੇ ਕੋਲ ਲੈਣੇ ਉਹ ਗਿਣ ਕੇ ਲੈ ਲੈਨੇ ਆ। ਤਿੰਨ ਚੀਜ਼ਾਂ ਆ ਸੰਸਾਰ ਤੇ, ਚੌਥਾ ਢੰਗ ਕੋਈ ਨਹੀਂ ਆ। ਮਹਾਰਾਜ ਕਹਿੰਦੇ ਨੇ ਕੀਤੀ ਦਾਤ ਜਾਣੇ ਕੌਣ ਕੂਤ, ਕਿੰਦੇ ਕੋਲ ਪੈਮਾਨਾ ਹੈ ਕਿ ਜਿਹੜਾ ਰੱਬ ਦੀਆਂ ਬਖਸ਼ਿਸ਼ਾਂ ਮਿਲ ਸਕਦਾ ਏ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਉਹਨੇ ਇੱਕੋ ਵਾਰੀ ਕਿਹਾ। ਕਵਾਓ ਦੇ ਅਰਥ ਹੁੰਦੇ ਨੇ ਬੋਲਿਆ, ਜਿਵੇਂ ਬਿਗ ਬੈਂਗ ਕਿਹਾ ਜਾਂਦਾ ਨਾ ਕਵਾਓ। ਇਸਲਾਮ ਧਰਮ ਆਖਦਾ ਕੁਨ, ਕਿ ਖੁਦਾ ਨੇ ਕਿਹਾ ਕੁਨ, ਸਾਰਾ ਕੁਝ ਬਣ ਗਿਆ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਦੇ ਨੇ ਤੁਸੀਂ ਦੱਸੋ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਮੰਨਦੇ ਹੋ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੀਤਾ ਪਸਾਓ, ਇਹ ਖਿਲਾਰਾ ਜੋ ਖਿਲਾਰਿਆ ਹੈ ਨਾ ਬ੍ਰਹਿਮੰਡਾਂ ਖੰਡਾਂ ਦਾ, ਕਹਿੰਦੇ ਨੇ ਏਕੋ ਕਵਾਓ, ਮਹਾਰਾਜ ਨੇ ਇੱਕੋ ਵਾਰੀ ਰੱਬ ਨੇ ਬੋਲਿਆ ਤੇ ਸਾਰਾ ਕੁਝ ਬਣ ਗਿਆ। ਤਿਸਤੇ ਹੋਏ ਲੱਖ ਦਰਿਆ, ਉਹਦੇ ਇੱਕ ਵਾਰੀ ਕਹਿਣ ਤੇ ਲੱਖਾਂ ਦਰਿਆ ਚੱਲ ਪਏ। ਕੁਦਰਤ ਕਵਨ ਕਹਾ ਵਿਚਾਰ, ਇਹ ਕੁਦਰਤ ਪਰਮਾਤਮਾ ਦੀ ਜੋ ਹੈ ਇਹਦੀ ਵਿਚਾਰ ਕੋਈ ਨਹੀਂ ਕਹਿ ਸਕਦਾ, ਦੱਸ ਨਹੀਂ ਸਕਦਾ। ਜਾਂ ਮਹਾਰਾਜ ਇਵੇਂ ਆਖਦੇ ਪਏ ਕਿ ਜਿਵੇਂ ਉਸਨੇ ਕਿਹਾ ਹੈ ਉਵੇਂ ਇਸ ਨੂੰ ਵਿਚਾਰ ਪੜਨਾ, ਇਹਨੂੰ ਵਿਚਾਰ ਨਹੀਂ ਪੜਨਾ। ਕੁਦਰਤ ਕਵਨ ਕਹਾ ਵਿਚਾਰ, ਜਿਵੇਂ ਉਸਨੇ ਦੱਸਿਆ ਉਵੇਂ ਪੜਿਆ, ਉਵੇਂ ਵਿਚਾਰਿਆ। ਵਾਰਿਆ ਨਾ ਜਾਵਾਂ ਇੱਕ ਵਾਰ, ਤੇ ਉਹਦੀ ਇਸ ਕੁਦਰਤ ਦੇ ਉੱਤੋਂ ਸਦਕੇ ਇੱਕ ਵਾਰ ਵੀ ਨਹੀਂ ਚੰਗੀ ਤਰ੍ਹਾਂ ਜਾਇਆ ਜਾ ਸਕਦਾ ਕਿ ਮੈਂ ਸਦਕੇ ਜਾਣਾ ਕਿ ਤੂੰ ਇੰਨਾ ਵੱਡਾ ਹੈ। ਉਹਦੀ ਬੇਅੰਤਤਾ ਤੋਂ ਕਿੰਨੀ ਕੁ ਗਿਣਤੀ ਕਰਕੇ ਦੱਸ ਸਕਦੇ ਕਿ ਉਹਨੇ ਕਿੰਨੇ ਜੀਵ ਪੈਦਾ ਕੀਤੇ, ਕਿੰਨੇ ਜੰਤ ਪੈਦਾ ਕੀਤੇ, ਕਿੰਨੀ ਬਨਸਪਤੀ ਪੈਦਾ ਕੀਤੀ। ਵਾਰਿਆ ਨਾ ਜਾਵਾਂ ਇੱਕ ਵਾਰ, ਕਿ ਹੇ ਪਰਮਾਤਮਾ ਤੂੰ ਇੰਨਾ ਬੇਅੰਤ ਹੈ ਕਿ ਤੇਰੇ ਤੋਂ ਇੱਕ ਵਾਰੀ ਵੀ ਸਦਕੇ ਨਹੀਂ ਜਾ ਸਕਦੇ। ਕੀ ਕਰ ਸਕਦੇ ਆ? ਜੋ ਤੁਧ ਭਾਵੇ ਸਾਈ ਭਲੀ ਕਰ, ਜੋ ਤੈਨੂੰ ਚੰਗਾ ਲੱਗੇ ਉਹੀ ਸਾਡੇ ਵਾਸਤੇ ਕੰਮ ਚੰਗਾ ਹੈ। ਜੋ ਤੈਨੂੰ ਭਾ ਜਾਏ ਉਹੀ ਕੰਮ ਚੰਗਾ ਹੈ, ਕਿਉਂਕਿ ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਹਮੇਸ਼ਾ ਰਹਿਣਾ ਹੈ, ਤੂੰ ਸਦੀਵ ਹੈ, ਤੂੰ ਮੈਲ ਤੋਂ ਰਹਤੇ, ਤੂੰ ਵਿਕਾਰਾਂ ਤੋਂ ਰਹਤੇ, ਤੂੰ ਲੇਪ ਸ਼ੇਪ ਤੋਂ ਰਹਤੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਇੱਕ ਜਿਵੇਂ ਮਹਾਰਾਜ ਨੇ ਢੰਗ ਸਿਖਾ ਦਿੱਤਾ ਕਿ ਇਹ ਆਖੋ ਕਿ ਜੋ ਤੁਧ ਭਾਵੇਂ ਸਾਈ ਭਲੀ ਕਰ, ਇਹ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। 16ਵੀਂ ਪੌੜੀ ਦੀ ਇੱਥੇ ਵਿਚਾਰ ਸੰਪੂਰਨ ਹੋਈ ਹੈ। ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ ਕਿ ਬਾਣੀ ਦਾ ਭਾਵ ਹਿਰਦੇ ਵਿੱਚ ਵਸ ਸਕੇ, ਉਸ ਬੇਅੰਤ ਪ੍ਰਭੂ ਪਰਮਾਤਮਾ ਦੀ ਬੇਅੰਤਤਾ ਦੇ ਨਾਲ ਅਸੀਂ ਜੁੜ ਸਕੀਏ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ, ਪ੍ਰਬੰਧਕ ਸੱਜਣਾ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਆਸੀਸ ਬਖਸ਼ੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।